ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਦਾਸ ਨੇ ਇੱਕ ਹੋਰ ਉਪਰਾਲਾ ਜੋ ਆਪ ਜੀ ਦੀ ਬਖਸ਼ਿਸ਼ ਸਦਕਾ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਆਰੰਭ ਕਰਨ ਲੱਗਾ ਹਾਂ। ਅਸੀਸ ਬਖਸ਼ਣੀ ਕਿ 9ਵੇਂ ਮਹੱਲੇ ਦੇ ਸ਼ਲੋਕ ਜਿਨ੍ਹਾਂ ਦੇ ਸਰਲ ਅਰਥ ਮੈਂ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਔਰ ਮੈਂ ਆਪਣੇ ਭਲੇ ਵਾਸਤੇ ਵੀ ਅਤੇ ਸੰਗਤਾਂ ਦੀ ਅਸੀਸ ਲੈਣ ਵਾਸਤੇ ਇਹ ਸਾਰਾ ਉਪਰਾਲਾ ਕਰ ਰਿਹਾ ਹਾਂ। ਕਿਰਪਾ ਕਰਨੀ ਤੁਸੀਂ ਸਾਰਿਆਂ ਨੇ ਅਸੀਸ ਬਖਸ਼ਣੀ ਔਰ ਬੜੇ ਧਿਆਨ ਦੇ ਨਾਲ ਜਦੋਂ ਤੁਹਾਡਾ ਮਨ ਕਿਤੇ ਉਦਾਸ ਹੋਵੇ ਤੇ ਇਹ YouTube ਤੋਂ ਕੈਸਟ ਲਾ ਕੇ ਇਹ ਵੀਡੀਓ ਲਾ ਕੇ ਆਪ ਜੀ ਨੇ ਦੇਖਣਾ ਸੁਣਨਾ ਤੇ ਮਨ ਨੂੰ ਬਹੁਤ ਹੀ ਧੀਰਜ ਮਿਲਦਾ ਹੈ। ਮਨ ਦੀਆਂ ਸਾਰੀਆਂ ਫਿਕਰ ਚਿੰਤਾ ਉਦਾਸੀਆਂ ਦੂਰ ਹੋ ਜਾਂਦੀਆਂ ਹਨ ਇਹਨਾਂ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਨਾਲ। ਸੋ ਕਿਰਪਾ ਕਰਨੀ ਸਾਰਿਆਂ ਨੇ ਆਪ ਜੀ ਨੇ ਅਸੀਸ ਬਖਸ਼ਣੀ ਤਾਂ ਕਿ ਮੈਂ ਇਸ ਤੋਂ ਹੋਰ ਵੀ ਜ਼ਿਆਦਾ ਗੁਰਬਾਣੀ ਦੇ ਸਰਲ ਅਰਥਾਂ ਦੇ ਨਾਲ ਆਪ ਜੀ ਦੀ ਸਾਂਝ ਪਵਾ ਸਕਾਂ ਤੇ ਆਪਣਾ ਵੀ ਤੇ ਆਪ ਜੀ ਦਾ ਵੀ ਜਨਮ ਸਫਲਾ ਹੋ ਸਕੇ। ਆਓ ਬੜੇ ਪਿਆਰ ਦੇ ਨਾਲ 9ਵੇਂ ਮਹੱਲੇ ਦੇ ਸਰਲ ਅਰਥ ਪਰ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮੇ ਅਕਾਰਥ ਕੀਨਾ। ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨਾ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਿ ਹੇ ਭਾਈ, ਗੁਣ ਗੋਬਿੰਦ ਗਾਇਓ ਨਹੀਂ, ਪਰਮਾਤਮਾ ਦੇ ਗੁਣ ਕਿਉਂ ਨਹੀਂ ਗਾਏ? ਜੇ ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ ਤੇ ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਕਹੋ ਨਾਨਕ ਹਰ ਭਜ ਮਨਾ, ਇਸ ਕਰਕੇ ਤੂੰ ਪਰਮਾਤਮਾ ਦੇ ਨਾਮ ਨੂੰ ਭਜਨਾ ਕਰ, ਸਿਮਰਨ ਕਰ, ਉਹਦਾ ਜਾਪ ਕਰ, ਪਰਮਾਤਮਾ ਦੇ ਨਾਮ ਨੂੰ ਸਦਾ ਧਿਆ। ਤੇ ਉਦਾਹਰਣ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਧਿਆ। ਜਿਸ ਤਰ੍ਹਾਂ ਮਛਲੀ ਤੇ ਪਾਣੀ ਦਾ ਸੰਬੰਧ ਹੈ, ਇਸੇ ਤਰ੍ਹਾਂ ਤੇਰਾ ਤੇ ਪਰਮਾਤਮਾ ਦਾ ਸੰਬੰਧ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਇੱਕ ਘੜੀ ਵੀ ਜਿੰਦਾ ਨਹੀਂ ਰਹਿ ਸਕਦੀ, ਤੜਪ ਕੇ ਮਰਨ ਨੂੰ ਤਿਆਰ ਹੋ ਜਾਂਦੀ ਹੈ। ਉਸੇ ਤਰ੍ਹਾਂ ਹੀ ਤੇਰਾ ਪਰਮਾਤਮਾ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਮਛਲੀ ਦਾ ਪਾਣੀ ਦੇ ਨਾਲ ਪਿਆਰ ਹੈ। ਬਿਕਿਆਨ ਸਿਉ ਕਾਹੀ ਰਚਿਓ, ਨਿਮਕ ਨਾ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਹੇ ਭਾਈ, ਗੁਰੂ ਸਾਹਿਬ ਜੀ ਪੁੱਛਦੇ ਹਨ, ਬਿਕਿਆਨ ਸਿਉ ਕਾਹੇ ਰਚਿਓ, ਵਿਸ਼ੇ ਵਿਕਾਰਾਂ ਦੇ ਵਿੱਚ ਕਿਉਂ ਤੂੰ ਰੁੱਝਾ ਹੋਇਆ ਹੈ? ਕਿਉਂ ਵਿਸ਼ੇ ਵਿਕਾਰ ਕਮਾਉਣ ਦੇ ਵਿੱਚ ਮਗਨ ਹੈ, ਤੂੰ ਮਸਤ ਹੈ? ਇੱਕ ਨਿਮਕ ਵੀ ਤੇਰਾ ਮਨ ਇਹਨਾਂ ਦੇ ਵੱਲੋਂ ਉਦਾਸ ਨਹੀਂ ਹੁੰਦਾ? ਵਿਕਾਰਾਂ ਦੇ ਪਾਪਾਂ ਦੇ ਕਮਾਉਣ ਤੋਂ ਤੂੰ ਇੱਕ ਮਿੰਟ ਵੀ ਉਦਾਸ ਨਹੀਂ ਹੁੰਦਾ ਵੀ ਤੈਨੂੰ ਮਨ ਦੇ ਵਿੱਚ ਉਦਾਸੀ ਆਵੇ ਕਿ ਮੈਂ ਕਿਉਂ ਪਾਪ ਕਮਾ ਰਿਹਾ ਹਾਂ, ਮੈਂ ਪਰਮਾਤਮਾ ਨੂੰ ਕੀ ਮੂੰਹ ਦਿਖਾਵਾਂਗਾ? ਕਦੇ ਤੇਰੇ ਮਨ ਦੇ ਵਿੱਚ ਐਸੀ ਇੱਕ ਨਿਮਕ ਵੀ ਤੇਰੇ ਮਨ ਦੇ ਵਿੱਚ ਖਿਆਲ ਨਹੀਂ ਆਇਆ? ਕਹੋ ਨਾਨਕ ਭਜ ਹਰ ਮਨਾ, ਹੇ ਮੇਰਿਆ ਮਨਾ, ਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਮੇਰਿਆ ਮਨਾ, ਤੂੰ ਪਰਮਾਤਮਾ ਦੇ ਨਾਮ ਨੂੰ ਭਜ, ਸਿਮਰਨ ਕਰ ਉਸ ਪਰਮਾਤਮਾ ਦਾ, ਤਾਂ ਕਿ ਤੇਰੇ ਗਲੇ ਵਿੱਚ ਜਮਾਂ ਦੀ ਫਾਸ ਨਾ ਪਵੇ, ਤੈਨੂੰ ਜੀਵਨ ਦੇ ਵਿੱਚ ਦੁੱਖ ਨਾ ਸਹਿਣੇ ਪੈਣ। ਤਰ ਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਅਗਲੇ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਹਨ, ਤਰਨਾਪੋ ਇਉਂ ਹੀ ਗਿਆ। ਤਰਨਾਪੋ ਕਹਿੰਦੇ ਨੇ ਜਵਾਨੀ ਨੂੰ। ਜਵਾਨੀ ਦੀ ਉਮਰ ਤੇਰੀ ਵਿਅਰਥ ਹੀ ਚਲੀ ਗਈ। ਕਿਉਂ ਤੂੰ ਕਦੇ ਪਰਮਾਤਮਾ ਦਾ ਭਜਨ ਸਿਮਰਨ ਨਹੀਂ ਕੀਤਾ? ਤੂੰ ਕਿਹਾ ਜਦੋਂ ਬੁੱਢੇ ਹੋਵਾਂਗੇ ਤੇ ਪਰਮਾਤਮਾ ਨੂੰ ਜਪ ਲਵਾਂਗੇ, ਪਰਮਾਤਮਾ ਦਾ ਸਿਮਰਨ ਕਰ ਲਵਾਂਗੇ। ਜਵਾਨੀ ਦੇ ਵਿੱਚ ਤੂੰ ਆਪਣੇ ਸਾਰੇ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ, ਇਹੋ ਹੀ ਕੰਮਾਂ ਦੇ ਵਿੱਚ ਰੁੱਝਾ ਰਿਹਾ, ਵਿਕਾਰਾਂ ਦੇ ਨਾਲ ਸਾਂਝ ਪਾਈ ਰੱਖੀ ਤੇ ਲਿਓ ਜਰਾ ਤਨ ਜੀਤ। ਤੇ ਬੁਢਾਪੇ ਨੇ ਵੀ ਤੇਰੇ ਸਰੀਰ ਨੂੰ, ਤੇਰੇ ਤਨ ਨੂੰ ਜਿੱਤ ਲਿਆ, ਭਾਵ ਕਿ ਬੁਢਾਪਾ ਆ ਗਿਆ। ਫਿਰ
नैनो नीर बहे तन खीना पए, केस दुधवानी रूधा कंठ शब्द नहीं उचरे। अब क्या करे, पुरानी वारी हालत बन गई। ਹੁਣ ਭਜਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਸੁਣਦਾ ਨਹੀਂ, ਅੱਖਾਂ ਤੋਂ ਦਿਖਦਾ ਨਹੀਂ। ਬੁਢਾਪੇ ਤੋਂ ਬਾਅਦ ਇਹ ਹਾਲ ਬੰਦੇ ਦਾ ਹੋ ਜਾਂਦਾ ਹੈ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ, हे ਮੇਰਿਆ ਮਨਾ, ਤੂੰ ਪਰਮਾਤਮਾ ਦਾ ਸਿਮਰਨ ਕਰਿਆ ਕਰ, ਉਸ ਪਰਮਾਤਮਾ ਨੂੰ ਚੇਤੇ ਰੱਖਿਆ ਕਰ ਜਿਸ ਪਰਮਾਤਮਾ ਨੇ ਸਾਰੇ ਸੁੱਖ ਸਹੂਲਤਾਂ ਤੈਨੂੰ ਦਿੱਤੀਆਂ ਹਨ। ਵੇਖ ਤੇਰੀ ਉਮਰਾਂ ਬਤੀਤ ਹੋ ਜਾਂਦੀ ਹੈ। ਜਿੰਨੇ ਸਾਸ ਤੈਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੇ ਹਨ, ਉਹ ਰੋਜ਼ਾਨਾ 24,000 ਸਵਾਸ ਤੋਂ ਰੋਜ਼ਾਨਾ ਖਰਚ ਕਰਦਾ ਹੈ। ਇਹਨੇ ਸਾਰੇ ਬੀਤ ਰਹੇ ਹਨ, ਤੇਰੀ ਉਮਰਾਂ ਦੇ ਵਿੱਚੋਂ ਘਟ ਰਹੇ ਹਨ, ਪਰ ਤੂੰ ਆਪਣੇ ਜਨਮ ਦਿਨ ਮਨਾ ਕੇ ਖੁਸ਼ੀਆਂ ਮਨਾਉਂਦਾ ਹੈ। ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੀ, ਕਿਉਂ ਨਾ ਭਜੈ ਭਗਵਾਨ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਹਨ। ਬਿਰਧ ਪਇਓ ਸੂਝੇ ਨਹੀਂ, ਕਾਲ ਪਹੁੰਚਿਓ ਆਨ। हे ਭਾਈ, ਬਿਰਧ जवानी बाल अवस्था भी चलेगी। बाल जवानी और बिरध पुन तीन अवस्था जान, तिन्ने अवस्था तेरिया खत्म हो गई। बाल जवानी भी, बाल भी खत्म हो गया, बाल अवस्था जवानी अवस्था भी खत्म हो गई, ते बिरध अवस्था भी खत्म हो गई। बाल जवानी तां सफल है जे परमात्मा दे नाम दे नाल तेरी सांझ पवे। जवानी अवस्था तां सफल है जे तेरी परमात्मा दे नाल सांझ पवे। बिरध अवस्था भी तां सफल है ਜੇ ਤੇਰੀ ਪਰਮਾਤਮਾ ਨਾਲ ਸਾਂਝ ਪਵੇ। ਪਰ ਇਹਨਾਂ ਤਿੰਨਾਂ ਅਵਸਥਾ ਨੂੰ ਤੂੰ ਐਵੇਂ ਅਨਿਆਈ ਗਵਾ ਲਿਆ, ਵਿਕਾਰਾਂ ਦੇ ਵਿੱਚ ਬੈਠ ਕੇ ਜਾਂ ਮਾਇਆ ਦੇ ਨਾਲ ਸਾਂਝ ਪਾ ਕੇ ਪਦਾਰਥਾਂ ਦੀ ਦੌੜ ਦੇ ਵਿੱਚ ਤੂੰ ਰੁੱਝਾ ਰਿਹਾ। ਇੰਨੇ ਚਿਰ ਨੂੰ ਕਾਲ ਪਹੁੰਚਿਓ ਆਨ। ਮੌਤ ਦਾ ਸਮਾਂ ਨਿਸ਼ਚਿਤ ਸਮਾਂ ਹੈ। ਸਮਾਂ, ਸਥਿਤੀ ਤੇ ਸਥਾਨ ਜਦੋਂ ਸੁਮੇਲ ਹੋ ਗਿਆ, ਤੈਨੂੰ ਕਾਲ ਨੇ ਗ੍ਰਸ ਲੈਣਾ ਹੈ। ਸੋ ਕਾਲ ਤੇਰਾ ਜੀਵਨ ਦਾ ਜਿਹੜਾ ਅੰਤ ਹੈ ਉਹ ਆਣ ਪਹੁੰਚਿਆ ਹੈ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੇ ਭਗਵਾਨ। ਸਤਿਗੁਰੂ ਜੀ, ਗੁਰੂ ਸਾਹਿਬ ਜੀ ਪੁੱਛਦੇ ਨੇ, हे ਨਰ ਬਾਵਰੇ, हे ਮੂਰਖ ਮਨੁੱਖ, ਤੂੰ ਕਿਉਂ ਪਰਮਾਤਮਾ ਦੇ ਨਾਮ ਨੂੰ ਭਜਿਆ ਨਹੀਂ? ਸਾਰੀ ਉਮਰ ਤੂੰ ਕਿਉਂ ਆਪਣੇ ਨਾਮ ਦੇ ਨਾ ਜਪ ਕੇ ਤੂੰ ਵਿਅਰਥ ਗਵਾ ਲਈ ਹੈ? ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਅਗਲੇ ਸ਼ਲੋਕ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ ਕਿ ਧਨ ਦਾਰਾ ਸੰਪਤ ਸਗਲ, ਇਹ ਜੋ ਤੈਨੂੰ ਧੀਆਂ ਪੁੱਤਰ ਪਦਾਰਥ ਸੰਪਤੀ ਜਾਇਦਾਦ ਸਾਰੀ ਹੈ, ਜਿਨ੍ਹਾਂ ਨੂੰ ਤੂੰ ਆਪਣੀ ਆਪਣੀ ਮੇਰੀ ਮੇਰੀ ਕਰਕੇ ਤੂੰ ਤੜਿਆ ਫਿਰਦਾ ਹੈ, ਹੰਕਾਰਿਆ ਫਿਰਦਾ ਹੈ। ਇਨ ਮੈਂ ਕਛ ਸੰਗੀ ਨਹੀਂ। ਸਤਿਗੁਰੂ ਜੀ ਚੇਤੇ ਕਰਾਉਂਦੇ ਹਨ, ਭਾਈ ਇਹਨਾਂ ਦੇ ਵਿੱਚੋਂ ਕੁਝ ਵੀ ਤੇਰਾ ਨਹੀਂ। ਨਾਨਕ ਸਾਚੀ ਜਾਨ, ਇਸ ਗੱਲ ਨੂੰ ਚੰਗੀ ਤਰ੍ਹਾਂ ਤੂੰ ਆਪਣੇ ਮਨ ਵਿੱਚ ਸਮਝ ਲੈ ਵੀ ਇਹ ਸਭ ਕੁਝ ਤੇਰਾ ਜੋ ਹੈ ਇਹ ਨਾਸ਼ਵਾਨ ਹੈ। ਤੇਰਾ ਸਰੀਰ ਵੀ ਤੇਰਾ ਨਹੀਂ ਹੈ, ਤੇਰਾ ਸਰੀਰ ਵੀ ਤੈਨੂੰ ਇੱਕ ਦਿਨ ਛੱਡ ਕੇ ਚਲਾ ਜਾਵੇਗਾ। ਪਤਤ ਉਧਾਰਨ ਪੈ ਹਰਨ, ਹਾਰੇ ਅਨਾਥ ਕੇ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਥ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ। ਪਤ ਤੇ ਉਦਾਹਰਣ ਪੈ ਹਰਨ, ਹਰ ਅਨਾਥ ਕੇ ਨਾਥ। ਉਹ ਪਰਮਾਤਮਾ ਯਤੀਮਾਂ ਦਾ ਮਾਲਕ ਹੈ, ਅਨਾਥਾਂ ਦਾ ਨਾਥ ਹੈ ਉਹ ਪਰਮਾਤਮਾ। ਪਤ ਤੇ ਉਦਾਹਰਣ, ਪਤਿਤ ਹੋਏ ਵਿਅਕਤੀਆਂ ਦੇ ਵੀ ਉਹ ਉਧਾਰ ਕਰ ਦਿੰਦਾ ਹੈ, ਭਲਾ ਕਰ ਦਿੰਦਾ ਹੈ, ਤੇ ਤੇਰੇ ਸਾਰੇ ਜੀਵਨ ਦੇ ਡਰ ਭੈ ਦੂਰ ਕਰ ਦਿੰਦਾ ਹੈ। ਇਹ ਪਰਮਾਤਮਾ ਦੇ ਨਾਲ ਸਾਂਝ ਪਾਉਣ ਦਾ ਤੈਨੂੰ ਇਤਨਾ ਜ਼ਿਆਦਾ ਲਾਭ ਪ੍ਰਾਪਤ ਹੋ ਸਕਦਾ ਹੈ। ਕਹੋ ਨਾਨਕ ਤੇ ਜਾਨੀਐ, ਸਦਾ ਬਸ ਤੁਮ ਸਾਥ। ਸਤਿਗੁਰੂ ਜੀ ਕਹਿੰਦੇ ਕਿ ਇਹ ਗੱਲ ਆਪਣੇ ਮਨ ਵਿੱਚ ਵਸਾ ਲੈ ਕਿ ਸਦਾ ਬਸ ਤੁਮ, ਉਹ ਪਰਮਾਤਮਾ ਸਦਾ ਤੇਰੇ ਨਾਲ ਹੈ, ਪਰ ਤੂੰ ਉਸ ਪਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ, ਕਦੇ ਉਸ ਪਰਮਾਤਮਾ ਨੂੰ ਧਿਆਉਣ ਦਾ ਯਤਨ ਨਹੀਂ ਕਰਦਾ, ਜਿਹੜਾ ਪਰਮਾਤਮਾ ਸਦਾ ਤੇਰੇ ਨਾਲ ਹੈ ਤੇ ਸਦਾ ਤੇਰਾ ਸਾਥ ਦੇਣ ਵਾਲਾ ਹੈ। ਤਨ ਤਨ ਜਿਹੇ ਤੋ ਕੋ ਦਿਓ, ਤਾਂ ਸਿਉ ਨੇ ਹੋਣਾ ਕੀਨਾ। ਕਹੋ ਨਾਨਕ ਨਰ ਬਾਵਰੇ, ਅਬ ਕਿਉ ਡੋਲਤ ਦੀਨਾ। ਤਨ ਤਨ ਜੇ ਤੋ ਕੋ ਦਿਓ, ਤਾਂ ਸਿਉ ਨੇ ਹੋਣਾ ਕੀਨ। ਗੁਰੂ ਸਾਹਿਬ ਜੀ ਤੇ ਪੁੱਛਦੇ ਹਨ ਅਗਲੇ ਸ਼ਲੋਕ ਦੇ ਅੰਦਰ ਕਿ हे ਭਾਈ,
ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ, ਤੈਨੂੰ ਸੋਹਣਾ, ਤੈਨੂੰ ਧਨ ਦਿੱਤਾ, ਪਦਾਰਥ ਦਿੱਤੇ, ਤੈਨੂੰ ਸਾਰਾ ਕੁਝ ਜੀਉਣ ਵਾਸਤੇ, ਤੈਨੂੰ ਜੀਵਨ ਨਿਰਵਾਹ ਵਾਸਤੇ ਸਭ ਕੁਝ ਦਿੱਤਾ, ਉਹਦੇ ਨਾਲ ਤੂੰ ਪ੍ਰੇਮ ਨਹੀਂ ਪਾਇਆ, ਪਰ ਤੂੰ ਦੁਨੀਆ ਦੇ ਪਦਾਰਥਾਂ ਦੇ ਨਾਲ, ਨਾਸ਼ਵਾਨ ਪਦਾਰਥਾਂ ਦੇ ਨਾਲ ਤੂੰ ਮੋਹ ਪਾਇਆ ਹੋਇਆ ਹੈ, ਜਿਹੜੇ ਤੇਰਾ ਸਾਥ ਦੇਣ ਵਾਲੇ ਨਹੀਂ। ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਜਦੋਂ ਤੇਰੀ ਮੌਤ ਤੈਨੂੰ ਸਾਹਮਣੇ ਦਿਸਦੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਬਾਵਰੇ ਮਨੁੱਖ, ਹੇ ਮੂਰਖ, ਹੇ ਝੱਲੇ ਮਨੁੱਖ, ਤੂੰ ਅਬ ਹੁਣ ਕਿਉਂ ਕਮਲਿਆਂ ਵਾਂਗੂ ਡੋਲਦਾ ਹੈ। ਜਦੋਂ ਤੂੰ ਆਪਣਾ ਸਮਾਂ ਅਨਿਆਈ ਗਵਾ ਲਿਆ ਤੇ ਹੁਣ ਤੈਨੂੰ ਮੌਤ ਸਾਹਮਣੇ ਦਿਸਦੀ ਹੈ, ਤੇਰੇ ਜੀਵਨ ਦਾ ਅੰਤ ਤੈਨੂੰ ਸਾਹਮਣੇ ਦਿਸਦਾ ਹੈ, ਹੁਣ ਤੇਰਾ ਮਨ ਕਿਉਂ ਡੋਲਦਾ ਪਿਆ ਹੈ। ਤਨ ਤਨ ਸੰਪੈ ਸੁਖ ਦਿਓ, ਅਰ ਜਿਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਅਗਲੇ ਸ਼ਲੋਕ ਦੇ ਅੰਦਰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ। ਤਨ ਧਨ ਸੰਪੈ ਸੁਖ ਦਿਓ, ਉਸ ਪਰਮਾਤਮਾ ਨੇ, ਜਿਸ ਪਰਮਾਤਮਾ ਨੇ ਤੈਨੂੰ ਧਨ ਦਿੱਤਾ, ਧਨ ਦਿੱਤਾ, ਪਦਾਰਥ ਦਿੱਤੇ, ਸੁਖ ਦਿੱਤੇ, ਤੈਨੂੰ ਸਾਰੇ ਸੰਪਦਾ ਦਿੱਤੀਆਂ, ਤੈਨੂੰ ਭਾਵ ਕਿ ਜੀਵਨ ਦਾ ਹਰ ਸੁਖ ਤੇਰੇ ਵਾਸਤੇ ਪੈਦਾ ਕੀਤਾ, ਔਰ ਤੈਨੂੰ ਚੰਗੇ ਚੰਗੇ ਧਾਮ, ਤੇਰੇ ਕੋਠੀਆਂ, ਕਾਰਾਂ, ਬੰਗਲੇ, ਭਾਵ ਕਿ ਹਰ ਇੱਕ ਤਰ੍ਹਾਂ ਦੇ ਸੁਖ ਸਾਧਨ ਤੇਰੇ ਵਾਸਤੇ ਪੈਦਾ ਕੀਤੇ। ਕਹੋ ਨਾਨਕ ਸੁਨ ਰੇ ਮਨਾ, ਹੇ ਮੇਰਿਆ ਮਨਾ, ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਮੇਰਿਆ ਮਨਾ, ਸਿਮਰਤ ਕਾਹੇ ਨਾ ਰਾਮ। ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ, ਜਿਹੜਾ ਪਰਮਾਤਮਾ ਨੇ ਤੈਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ, ਤੈਨੂੰ ਤੇ ਉਹਦਾ ਇੱਕ ਸਵਾਸ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿ ਨ ਕੋਇ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਅਗਲੇ ਸ਼ਲੋਕ ਅੰਦਰ ਕਹਿੰਦੇ ਹਨ, ਸਮਝਾਉਂਦੇ ਹਨ, ਸਭ ਸੁਖ ਦਾਤਾ ਰਾਮ ਹੈ। ਹੇ ਭਾਈ, ਸਾਰੇ ਸੁੱਖਾਂ ਨੂੰ ਦੇਣ ਵਾਲਾ ਕੇਵਲ ਇੱਕ ਹੀ ਦਾਤਾ ਹੈ, ਪਰਮਾਤਮਾ, ਹੋਰ ਦੂਸਰਾ ਕੋਈ ਨਹੀਂ। ਹੋਰ ਦੂਸਰਾ ਤੋਂ ਭਾਵੇਂ 33 ਕਰੋੜ ਦੇਵੀ ਦੇਵਤੇ ਬਣਾ ਲੈ, ਕਈ ਪੱਥਰ ਪੂਜਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਤੂੰ ਰੱਬ ਬਣਾ ਬੈਠਾ, ਪਰ ਉਹ ਤੇਰੇ ਮਨ ਦਾ ਭਰਮ ਹੈ, ਉਹ ਤੇਰੇ ਮਨ ਦੇ ਧਰਮ ਦੇ ਕਰਮ ਤੂੰ ਸਮਝੇ ਤੇ ਹਨ, ਪਰ ਉਹ ਅਸਲ ਦੇ ਵਿੱਚ ਧਰਮ ਦੇ ਕਰਮ ਨਹੀਂ। ਧਰਮ ਦਾ ਕਰਮ ਤੇ ਸਿਰਫ ਕੇਵਲ ਤੇ ਕੇਵਲ ਇੱਕ ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਜਿਹੜਾ ਤੈਨੂੰ ਸਾਰੇ ਸੁੱਖ ਦੇਣ ਦੀ ਸਮਰੱਥਾ ਰੱਖਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਹੇ ਭਾਈ, ਤੇਰੀ ਆਤਮਿਕ ਅਵਸਥਾ ਉੱਚੀ, ਆਤਮਿਕ ਜੀਵਨ ਤੈਨੂੰ ਤਾਂ ਹੀ ਪ੍ਰਾਪਤ ਹੋ ਸਕਦਾ ਹੈ, ਸਫਲ ਜੀਵਨ ਤੈਨੂੰ ਤਾਂ ਹੀ ਪ੍ਰਾਪਤ ਹੋ ਸਕਦਾ ਹੈ, ਹੇ ਮੇਰਿਆ ਮਨਾ, ਜੇ ਤੂੰ ਉਸ ਪਰਮਾਤਮਾ ਨੂੰ ਯਾਦ ਕਰੇ, ਪਰਮਾਤਮਾ ਨੂੰ ਧਿਆਵੇਂ, ਉਹਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖੇ ਤਾਂ। ਜੇ ਸਿਮਰਤ ਗਤ ਪਾਈਐ, ਤੇ ਭਜਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ, ਔਦ ਕਟਤ ਹੈ ਨੀਤ। ਜਿਹ ਸਿਮਰਤ ਗਤ ਪਾਈਐ, ਤੇ ਭਜਰੇ ਤੈ ਮੀਤ। ਸਤਿਗੁਰੂ ਜੀ ਕਹਿੰਦੇ, ਜਿਸ ਸਿਮਰਨ ਦੇ ਨਾਲ, ਜਿਸ ਪਰਮਾਤਮਾ ਦੇ ਨਾਮ ਨੂੰ ਧਿਆਉਣ ਦੇ ਨਾਲ ਤੈਨੂੰ ਆਤਮਿਕ ਜੀਵਨ ਪ੍ਰਾਪਤ ਹੋ ਸਕਦਾ ਹੈ, ਇਸ ਕਰਕੇ ਉਸੇ ਹੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ, ਯਾਦ ਕਰਨਾ ਚਾਹੀਦਾ ਹੈ, ਉਹਦੇ ਨਾਲ ਚਿੱਤ ਲਾਉਣਾ ਚਾਹੀਦਾ ਹੈ। ਹੇ ਮੇਰੇ ਮਿੱਤਰ, ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਹੇ ਮੇਰਿਆ ਮਨਾ, ਇੱਕ ਗੱਲ ਚੇਤੇ ਰੱਖ ਲੈ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਤੇਰੀ ਉਮਰਾਂ ਘਟ ਰਹੀ ਹੈ। ਤੂੰ ਬੜਾ ਖੁਸ਼ ਹੁੰਨਾ ਹੈ ਕਿ ਮੈਂ ਵੱਡਾ ਹੋ ਰਿਹਾ, ਬਚਪਨ ਤੋਂ ਤੈਨੂੰ ਜਵਾਨੀ ਮਿਲੀ, ਜਵਾਨੀ ਤੋਂ ਤੈਨੂੰ ਬੁਢੇਪਾ ਮਿਲਿਆ, ਤਿੰਨਾਂ ਅਵਸਥਾ ਦੇ ਵਿੱਚ ਤੂੰ ਬੜਾ ਖੁਸ਼ ਹੁੰਦਾ ਹੈ। ਸਾਰੇ ਪਦਾਰਥਾਂ ਦੇ ਨਾਲ ਤੂੰ ਸਾਂਝ ਪਾਈ ਹੈ, ਸਾਰੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਰੁੱਝਾ ਰਿਹਾ, ਪਰ ਪਰਮਾਤਮਾ ਦਾ ਨਾਮ ਨਹੀਂ ਜਪਿਆ, ਉਸ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਜਿਸ ਪਰਮਾਤਮਾ ਨੇ ਤੇਰੇ ਲਈ ਇਹ ਸਾਰੇ ਸੁੱਖ ਸਹੂਲਤਾਂ ਪੈਦਾ ਕੀਤੇ ਹਨ। ਇਹ ਗੱਲ ਚੇਤੇ ਰੱਖ ਕਿ ਤੇਰੀ ਉਮਰਾਂ ਘਟ ਰਹੀ ਹੈ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਜੇ ਤੇ ਉਪਜਿਓ ਨਾਨਕਾ, ਲੀਨ ਤਾਹੀ ਮਹਿਮਾਨ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ ਕਿ ਹੇ ਭਾਈ, ਪਰਮਾਤਮਾ ਨੇ ਇਹ ਤੇਰਾ ਸਰੀਰ ਜੋ ਹੈ, ਅੱਗ, ਪਾਣੀ, ਹਵਾ, ਧਰਤੀ, ਆਕਾਸ਼,
ਇਹਨਾਂ ਪੰਜਾਂ ਤੱਤਾਂ ਦੇ ਨਾਲ ਇਹ ਤੇਰਾ ਸਰੀਰ ਬਣਿਆ ਹੈ। ਪੰਜ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਤੇਰਾ ਸਰੀਰ ਬਣਿਆ ਹੈ। ਜਾਨੋ ਚਤੁਰ ਸੁਜਾਨ, ਹੇ ਸਿਆਣੇ ਮਨੁੱਖ ਤੂੰ ਇਸ ਗੱਲ ਨੂੰ ਸਮਝ ਲੈ। ਇਹ ਬੜੇ ਵੱਡੇ ਗਿਆਨ ਦੀ ਗੱਲ ਸਤਿਗੁਰਾਂ ਜੀ ਨੇ ਸਮਝਾਉਣਾ ਕੀਤੀ ਹੈ ਕਿ ਇਹ ਪੰਜਾਂ ਤੱਤਾਂ ਦਾ, ਇਹ ਮਾਸ ਦਾ, ਹੱਡ ਮਾਸ ਦਾ ਜੋ ਸਰੀਰ ਦੇਖਦੇ ਆ ਨਾ, ਇਹ ਪੰਜਾਂ ਤੱਤਾਂ ਦਾ ਪੈਦਾ ਕੀਤਾ ਹੋਇਆ ਹੈ, ਪੰਜਾਂ ਤੱਤਾਂ ਦੇ ਨਾਲ ਰਚਿਆ ਹੈ ਉਸ ਪਰਮਾਤਮਾ ਨੇ। ਤੇ ਇਹ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ, ਇਹ ਗੱਲ ਨੂੰ ਸਮਝ ਲੈ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਉਪਜਿਆ ਹੈ, ਅਖੀਰ ਦੇ ਵਿੱਚ ਜਦੋਂ ਨਾਸ਼ਵਾਨ ਹੋਣਾ ਹੈ, ਇਹ ਸਰੀਰ ਉਸੇ ਤਰ੍ਹਾਂ ਪੰਜਾਂ ਤੱਤਾਂ ਦੇ ਵਿੱਚ ਸਮਾ ਜਾਏਗਾ। ਅੱਗ ਅੱਗ ਦੇ ਵਿੱਚ, ਪਾਣੀ ਪਾਣੀ ਦੇ ਵਿੱਚ, ਧਰਤੀ ਧਰਤੀ ਦੇ ਵਿੱਚ, ਆਕਾਸ਼ ਆਕਾਸ਼ ਦੇ ਵਿੱਚ, ਵਾਯੂ ਵਾਯੂ ਦੇ ਵਿੱਚ। ਇਸ ਤਰ੍ਹਾਂ ਦੇ ਨਾਲ ਸਤਿਗੁਰਾਂ ਜੀ ਨੇ ਇਹ ਵਿਧੀ ਬਣਾਈ ਦੱਸੀ ਹੈ ਪਰਮਾਤਮਾ ਨੇ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤਿਹ ਭਜ ਮਨਾ, ਪਉ ਨਿਧ ਉਤਰਹਿ ਪਾਰ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਬਖਸ਼ੀਆਂ ਹੋਈਆਂ ਰੂਹਾਂ ਨੇ, ਸੰਤਾਂ ਮਹਾਂਪੁਰਸ਼ਾਂ ਨੇ ਪੁਕਾਰ ਪੁਕਾਰ ਕੇ ਇਹ ਗੱਲ ਇਸ ਸ਼ਲੋਕ ਦੇ ਵਿੱਚ ਦਰਸਾਈ ਹੈ ਕਿ ਉਹ ਪਰਮਾਤਮਾ ਘਟ ਘਟ ਦੇ ਵਿੱਚ ਵਸ ਰਿਹਾ ਹੈ। ਉਹ ਪਰਮਾਤਮਾ ਕਿਤੇ ਸਾਡੇ ਨਾਲੋਂ ਦੂਰ ਨਹੀਂ, ਕਿਤੇ ਸਾਡੇ ਨਾਲੋਂ ਵੱਖ ਨਹੀਂ। ਉਹ ਘਟ ਘਟ ਵਿੱਚ ਉਸ ਪਰਮਾਤਮਾ ਦਾ ਵਾਸਾ ਹੈ। ਕਹੋ ਨਾਨਕ ਤੇ ਭਜ ਮਨਾ, ਹੇ ਮੇਰਿਆ ਮਨਾ, ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਮੇਰਿਆ ਮਨਾ, ਉਸ ਪਰਮਾਤਮਾ ਨੂੰ ਭਜ, ਉਸ ਪਰਮਾਤਮਾ ਦਾ ਸਿਮਰਨ ਕਰ, ਭਉ ਨਿਧ ਉਤਰੇ ਪਾਰ, ਤੇ ਇਸ ਭਵਜਲ ਸੰਸਾਰ ਸਮੁੰਦਰ ਤੋਂ ਤੂੰ ਪਾਰ ਹੋ ਸਕੇਗਾ। ਸੁਖ ਦੁਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਇਸ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਜੀ ਇੱਕ ਉਸ ਮਨੁੱਖ ਦੀ ਗੱਲ ਕਰਦੇ ਨੇ ਜਿਹੜਾ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦਾ ਹੈ। ਕਹਿੰਦੇ ਨੇ ਸੁਖ ਦੁੱਖ ਜਿਹੇ ਪਰਸੈ ਨਹੀਂ, ਐਸੇ ਵਿਅਕਤੀ ਨੂੰ ਕਦੇ ਸੁੱਖ ਤੇ ਦੁੱਖ ਜਿਹੜੇ ਨੇ ਉਹ ਪਰਸਦੇ ਨਹੀਂ, ਭਾਵ ਕਿ ਉਹ ਸੁੱਖ ਦੁੱਖ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ। ਲੋਭ ਮੋਹ ਅਭਿਮਾਨ, ਤੇ ਲੋਭ ਮੋਹ ਅਭਿਮਾਨ ਵਰਗੇ ਵੀ ਇਹ ਵੀ ਵਿਕਾਰ ਵੀ ਉਹਨੂੰ ਸਤਾਉਂਦੇ ਨਹੀਂ, ਉਹ ਇਹਨਾਂ ਤੋਂ ਵੀ ਨਿਰਲੇਪ ਰਹਿੰਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਗੁਰੂ ਸਾਹਿਬ ਜੀ ਇਸ ਸ਼ਲੋਕ ਅੰਦਰ ਦੱਸਦੇ ਹਨ ਕਿ ਜੇ ਐਸੇ ਮਨੁੱਖ ਦੇ ਵਿੱਚ ਐਸੀਆਂ ਸਿਫਤਾਂ ਹੋਣ ਜਿਸ ਮਨੁੱਖ ਦੇ ਵਿੱਚ, ਉਸ ਨੂੰ ਭਗਵਾਨ ਪਰਮਾਤਮਾ ਦੇ ਸਮਾਨ ਸਮਝਣਾ ਕਰ। ਉਸ ਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੈ ਜਾਨ। ਅਗਲੇ ਸ਼ਲੋਕ ਦੇ ਅੰਦਰ ਵੀ ਸਤਿਗੁਰੂ ਜੀ ਉਸ ਮੁਕਤ ਨਰ ਦੀ ਗੱਲ ਕਰਦੇ ਹਨ ਜਿਹੜਾ ਵਿਕਾਰਾਂ ਤੋਂ ਬਚ ਜਾਂਦਾ ਹੈ, ਜਿਹਦਾ ਪਰਮਾਤਮਾ ਦੇ ਨਾਲ ਸੰਬੰਧ ਬਣਿਆ ਰਹਿੰਦਾ ਹੈ। ਉਸ ਬੰਦੇ ਦੇ ਅੰਦਰ, ਉਸ ਜੀਵ ਦੇ ਅੰਦਰ ਉਸਤਤ ਨਿੰਦਿਆ ਨਾਹੀਂ ਜੇ, ਕੋਈ ਉਸ ਦੀ ਖੁਸ਼ਾਮਦ ਕਰੇ, ਕੋਈ ਉਸ ਦੀ ਨਿੰਦਿਆ ਕਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਨਾ ਉਹਨੂੰ ਕੰਚਨ ਸੋਨਾ ਪ੍ਰਾਪਤ ਹੋਣ ਦੇ ਨਾਲ ਬਹੁਤ ਖੁਸ਼ ਹੁੰਦਾ ਹੈ, ਜੇ ਲੋਹਾ ਮਿਲ ਜਾਵੇ ਤਾਂ ਵੀ ਉਹਦਾ ਸੁਭਾਅ ਇੱਕ ਜੈਸਾ ਹੀ ਰਹਿੰਦਾ ਹੈ। ਕਦੇ ਉਹਨੂੰ ਪਦਾਰਥ ਮਿਲ ਗਏ ਤਾਂ ਵੀ ਉਹ ਖੁਸ਼ ਹੈ, ਤਾਂ ਵੀ ਇੱਕੋ ਜਿਹਾ ਰਹਿੰਦਾ ਹੈ, ਤੇ ਨਾ ਮਿਲੇ ਪਦਾਰਥ ਤੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਉਸ ਦੀ ਖੁਸ਼ਾਮਦ ਕਰਦਾ ਹੈ ਜਾਂ ਕੋਈ ਨਿੰਦਿਆ ਕਰਦਾ ਹੈ, ਇਹਦੇ ਨਾਲ ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿਓ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੈ ਜਾਨ। ਐਸਾ ਵਿਅਕਤੀ ਵਿਕਾਰਾਂ ਤੋਂ ਮੁਕਤ ਹੋਇਆ ਸਮਝ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੈ ਜਾਨ। ਅਗਲੇ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਅੰਦਰ ਜਿਹੜਾ ਪਰਮਾਤਮਾ ਦੇ ਨਾਲ ਜੁੜਦਾ ਹੈ, ਐਸੇ ਗੁਣ ਉਹਦੇ ਅੰਦਰ ਆ ਜਾਂਦੇ ਹਨ। ਕਿਸ ਤਰ੍ਹਾਂ ਦੇ ਗੁਣ? ਹਰਖ ਸੋਗ, ਖੁਸ਼ੀ ਤੇ ਗਮੀ ਦੀ ਉਹਨੂੰ ਪਰਵਾਹ ਨਹੀਂ ਹੁੰਦੀ। ਬੈਰੀ ਤੇ ਮਿੱਤਰ ਇੱਕੋ ਸਮਾਨ ਉਹਨੂੰ ਬਰਾਬਰ ਦਿਸਦੇ ਹਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੀਂ ਤੇ ਜਾਨ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਮੇਰਿਆ ਮਨਾ, ਐਸੇ ਵਿਅਕਤੀ ਨੂੰ ਵਿਕਾਰਾਂ ਤੋਂ ਮੁਕਤ ਹੋਇਆ ਜਾਣ, ਭਾਵ ਕਿ ਉਹਦਾ ਵਿਕਾਰਾਂ ਦੇ ਨਾਲ ਕੋਈ ਸਾਂਝ ਨਹੀਂ, ਉਹ ਸਿਰਫ ਪਰਮਾਤਮਾ ਨੂੰ ਹੀ ਆਪਣਾ ਸਭ ਕੁਝ ਸਮਝਦਾ ਹੈ। ਪੈ ਕਾਹੂ ਕੋ ਦੇਤ ਨਹਿ,
ਨਹਿ ਪੈਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜਿਹੜਾ ਵਿਅਕਤੀ, ਗੁਰੂ ਸਾਹਿਬ ਜੀ ਅਗਲੇ ਸ਼ਲੋਕ ਦੇ ਅੰਦਰ ਸਮਝਾਉਂਦੇ ਹਨ ਕਿ ਜਿਹੜਾ ਵਿਅਕਤੀ ਪੈ ਕਾਹੂ ਕੋ ਦੇਤ ਨਹਿ, ਨਹਿ ਪੈਮਾਨਤ ਆਨ, ਭਈ ਜਾਂ ਨਾ ਤੇ ਉਹ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਦੇ ਡਰ ਨੂੰ ਮੰਨਦਾ ਹੈ। ਐਸੀ ਮਨੁੱਖ ਨੂੰ ਜਿਹਦੇ ਵਿੱਚ ਇਹੋ ਜਿਹੇ ਗੁਣ ਆ ਜਾਣ ਵੀ ਨਾ ਉਹ ਆਪ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ, ਨਜਾਇਜ਼ ਕਿਸੇ ਨੂੰ ਡਰਾਵੇ ਨਹੀਂ ਦਿੰਦਾ, ਧਮਕਾਉਂਦਾ ਨਹੀਂ, ਡਰ ਨਹੀਂ ਦਿੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਵਿਅਕਤੀ ਨੂੰ ਤੇ ਗਿਆਨੀ ਕਰਕੇ ਜਾਣ, ਭਾਵ ਕਿ ਉਹਨੂੰ ਅਸਲ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਅਸਲ ਜੇ ਗਿਆਨੀ ਦੀ ਡੈਫੀਨੇਸ਼ਨ ਹੈ, ਉਹਦੇ ਵਿੱਚ ਇਹ ਗੁਣ ਹੋਣ ਤੇ ਤਾਂ ਉਹ ਗਿਆਨੀ ਅਖਵਾਉਣ ਦੇ ਕਾਬਿਲ ਹੈ। ਜਿਹ ਵਿਖਿਆ ਸਗਲੀ ਤਜੀ, ਲਿਓ ਪੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਜਿਸ ਵਿਅਕਤੀ ਨੇ, ਗੁਰੂ ਸਾਹਿਬ ਜੀ ਅਗਲੇ ਸ਼ਲੋਕ ਦੇ ਅੰਦਰ ਦੱਸਦੇ ਹਨ, ਜਿਹ ਵਿਖਿਆ ਸਗਲੀ ਤਜੀ, ਜਿਨੇ ਸਾਰੇ ਵਿਸ਼ੇ ਵਿਕਾਰਾਂ ਨੂੰ ਤਜ ਦਿੱਤਾ ਹੋਵੇ, ਛੱਡ ਦਿੱਤਾ ਹੋਵੇ। ਲਿਓ ਭੇਖ ਬੈਰਾਗ, ਤੇ ਅਸਲ ਦੇ ਵਿੱਚ ਭੇਖ ਉਹਨੇ ਬੈਰਾਗੀ ਦਾ, ਉਦਾਸੀ ਦਾ ਭੇਖ ਉਹਨੇ ਧਾਰਨ ਕੀਤਾ ਹੋਇਆ ਹੋਵੇ, ਭਾਵ ਕਿ ਪਦਾਰਥਾਂ ਦੇ ਨਾਲੋਂ ਮੋਹ ਟੁੱਟ ਗਿਆ ਹੋਵੇ, ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਉਹਦਾ ਮਨ ਜੁੜ ਗਿਆ ਹੋਵੇ, ਦੁਨਿਆਵੀ ਪਦਾਰਥਾਂ ਦੇ ਮੋਹ ਨਹੀਂ ਸਤਾਉਂਦੇ ਉਹਨੂੰ। ਐਸੀ ਅਵਸਥਾ ਜਿਸ ਵਿਅਕਤੀ ਦੀ ਬਣ ਜਾਵੇ, ਕਹੋ ਨਾਨਕ ਸੁਨੋ ਰੇ ਮਨਾ, ਤਿਹ ਨਰ ਮਾਥੇ ਭਾਗ। ਸਤਿਗੁਰੂ ਜੀ ਕਹਿੰਦੇ ਨੇ ਐਸੇ ਵਿਅਕਤੀ ਦੇ ਵੱਡੇ ਭਾਗ ਨੇ ਜਿਹੜਾ ਇਸ ਅਵਸਥਾ ਨੂੰ ਪਰਮਾਤਮਾ ਦੇ ਨਾਲ ਜੁੜ ਕੇ, ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਐਸੀ ਉਹਨੇ ਆਪਣੇ ਅੰਦਰ ਦੀ ਅਵਸਥਾ ਬਣਾ ਲਈ ਹੋਵੇ। ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤੇ ਕਟ ਬ੍ਰਹਮ ਨਿਵਾਸ। ਅਗਲੇ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਹਨ, ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਜਿਹੜਾ ਵਿਅਕਤੀ, ਜਿਸ ਜੀਵ ਨੇ ਮਾਇਆ ਦੀ ਮਮਤਾ, ਮਾਇਆ ਦਾ ਮੋਹ ਤਿਆਗ ਦਿੱਤਾ ਹੋਵੇ ਤੇ ਸਭਨਾ ਪਦਾਰਥਾਂ ਤੋਂ ਉਦਾਸ ਹੋਵੇ, ਭਾਵ ਕਿ ਉਹ ਸਾਰਿਆਂ ਪਦਾਰਥਾਂ ਦੇ ਪਿੱਛੇ ਨਾ ਭੱਜਦਾ ਹੋਵੇ। ਕਹੋ ਨਾਨਕ ਸੁਨ ਰੇ ਮਨਾ, ਤੇ ਘਟ ਬ੍ਰਹਮ ਨਿਵਾਸ। ਐਸੇ ਜੀਵਨ ਦੇ ਵਿੱਚ ਜਿਹਦੇ ਅੰਦਰ ਟਿਕਾ ਹੋਵੇ, ਜਿਹਦੇ ਅੰਦਰ ਸਹਿਜ ਦੀ ਅਵਸਥਾ ਹੋਵੇ, ਪਦਾਰਥਾਂ ਦੀ ਦੌੜ ਨਾ ਹੋਵੇ, ਐਸੇ ਵਿਅਕਤੀ ਦੇ ਅੰਦਰ ਹੀ ਪਰਮਾਤਮਾ ਦਾ ਨਿਵਾਸ ਹੋਇਆ ਸਮਝ ਲੈ। ਜਿਹ ਪ੍ਰਾਨੀ ਹੋ ਮੈਂ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਮਾਨ। ਅਗਲੇ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਣਾ ਕਰਦੇ ਹਨ, ਜਿਹ ਪ੍ਰਾਣੀ ਹਉਮੈ ਤਜੀ, ਕਰਤਾ ਰਾਮ ਪਛਾਣ। ਜਿਸ ਪ੍ਰਾਣੀ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਦਾ ਤਿਆਗ ਕਰ ਦਿੱਤਾ ਅਤੇ ਰਾਮ ਦੀ ਪਹਿਚਾਣ ਕਰ ਲਈ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਿਆ ਹੋਇਆ ਜਾਣ ਲਿਆ। ਕਹੋ ਨਾਨਕ ਵਹ ਮੁਕਤ ਨਰ, ਐਸਾ ਜੀਵ, ਐਸਾ ਮਨੁੱਖ ਜਿਹੜਾ ਹੈ ਉਹ ਵਿਕਾਰਾਂ ਤੋਂ ਮੁਕਤੀ ਪਾ ਲੈਂਦਾ ਹੈ, ਮਾਇਆ ਦਾ ਪ੍ਰਭਾਵ ਉਹਦੇ ਤੇ ਅਸਰ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਨਾ, ਇਹ ਭਾਈ ਮਨ ਦੇ ਵਿੱਚ ਸੱਚੀ ਗੱਲ ਸਮਝ ਲੈ। ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਇ ਤੇ ਕਾਮ। ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਕਲਯੁਗ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਜੀਵ ਦੇ, ਮਨੁੱਖ ਦੇ ਸਾਰੇ ਡਰ ਦੂਰ ਹੋ ਜਾਂਦੇ ਨੇ ਤੇ ਦੁਰਮਤ ਜਿਹੜੀ ਖੋਟੀ ਮੱਤ ਹੈ ਉਹ ਗੁਰਮਤ ਵਿੱਚ ਤਬਦੀਲ ਹੋ ਜਾਂਦੀ ਹੈ। ਦੁਰਮਤ ਖਤਮ ਹੋ ਜਾਂਦੀ ਹੈ, ਭੈੜੀ ਤੇ ਖੋਟੀ ਮੱਤ ਜਿਹੜੀ ਹੈ ਉਹ ਜੀਵ ਦੇ ਵਿੱਚੋਂ ਨਿਕਲ ਜਾਂਦੀ ਹੈ, ਮੁੱਕ ਜਾਂਦੀ ਹੈ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਰਾਤ ਦਿਨ ਜਿਹੜਾ ਵਿਅਕਤੀ ਪਰਮਾਤਮਾ ਦੇ ਨਾਮ ਨੂੰ ਭਜਦਾ ਹੈ, ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ। ਜਿਹ ਬਾਗੁਨ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨ ਜਮ ਕੈ ਧਾਮ। ਅਗਲੇ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਜੀ ਜਿਹਬਾ ਨੂੰ
ਮੁਖਾਤਬ ਕਰਕੇ, ਜਿਹਵਾ ਨੂੰ ਸੰਬੋਧਨ ਕਰਕੇ ਪਰਮਾਤਮਾ ਦੇ ਗੁਣ, ਗੋਬਿੰਦ ਦੇ ਗੁਣ ਗਾਉਣ ਵਾਸਤੇ ਕਹਿ ਰਹੇ ਹਨ। ਤੇ ਕੰਨਾਂ ਨੂੰ ਵੀ ਸੰਬੋਧਨ ਕਰ ਰਹੇ ਹਨ ਕਿ ਹੇ ਭਾਈ, ਤੁਸੀਂ ਵੀ ਪਰਮਾਤਮਾ ਦਾ ਨਾਮ ਸੁਣੋ। ਹਰ ਵੇਲੇ ਜਿਹਵਾ ਤੂੰ ਆਪਣੇ ਜੀਭਾ ਦੇ ਨਾਲ ਪਰਮਾਤਮਾ ਦਾ ਨਾਮ ਜਪ, ਤੇ ਕੰਨਾਂ ਨੂੰ ਕਿਹਾ ਕਿ ਤੁਸੀਂ ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣੋ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨ ਜਮ ਕੈ ਧਾਮ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਸ ਤਰ੍ਹਾਂ ਕਰਨ ਵਾਲਾ ਵਿਅਕਤੀ ਕਦੇ ਵੀ ਜਮਾਂ ਦੇ ਵਸ ਵਿੱਚ ਨਹੀਂ ਪੈਂਦਾ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜੋ ਪ੍ਰਾਣੀ ਮਮਤਾ ਤਜੇ, ਜੋ ਬੰਦਾ, ਜੋ ਵਿਅਕਤੀ ਪਰਮਾਤਮਾ ਦੇ ਦਿੱਤੀਆਂ ਹੋਈਆਂ ਸੁੱਖਾਂ ਦਾ ਤੇ ਸ਼ੁਕਰਾਨਾ ਕਰਦਾ ਹੈ, ਹਰ ਵੇਲੇ ਉਸ ਪਰਮਾਤਮਾ ਨੂੰ ਚੇਤੇ ਰੱਖਦਾ ਹੈ, ਪਰ ਮਾਇਆ ਦੇ ਮੋਹ ਨੂੰ, ਮਮਤਾ ਨੂੰ ਤਜ ਦਿੰਦਾ ਹੈ, ਲੋਭ ਦੇ ਵਿੱਚ ਨਹੀਂ ਆਉਂਦਾ, ਮੋਹ ਹੰਕਾਰ ਨੂੰ ਤਿਆਗ ਦਿੰਦਾ ਹੈ। ਕਹੋ ਨਾਨਕ ਆਪਨ ਧਰੈ, ਐਸਾ ਵਿਅਕਤੀ ਜਿਹੜਾ ਹੈ ਉਹਦਾ ਆਪਣਾ ਵੀ ਬੇੜਾ ਪਾਰ ਹੋ ਜਾਂਦਾ ਹੈ, ਔਰਨ ਲੇਤ ਉਧਾਰ, ਤੇ ਦੂਸਰਿਆਂ ਦਾ ਵੀ ਬੇੜਾ ਪਾਰ ਕਰ ਦਿੰਦਾ ਹੈ। ਐਸਾ ਹੈ ਜਿਹੜੇ ਜੀਵ ਦੇ ਵਿੱਚੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਇਆ ਦਾ ਮੋਹ ਟੁੱਟ ਜਾਵੇ, ਲੋਭ ਮੋਹ ਹੰਕਾਰ ਦੇ ਨਾਲੋਂ ਉਹਦਾ ਨਾਤਾ ਟੁੱਟ ਜਾਵੇ, ਤੇ ਕੇਵਲ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਮਨ ਵਿੱਚ ਵਸਾਵੇ। ਐਸਾ ਵਿਅਕਤੀ ਆਪ ਵੀ ਤਰ ਜਾਂਦਾ ਹੈ ਭਵਜਲ ਸੰਸਾਰ ਸਮੁੰਦਰ ਤੋਂ, ਤੇ ਹੋਰਨਾਂ ਨੂੰ ਵੀ ਤਾਰ ਲੈਂਦਾ ਹੈ। ਜਿਉ ਸੁਪਨਾ ਅਰ ਪੇਖਨਾ, ਐਸੀ ਜਗ ਕੋ ਜਾਨ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਚਾਹੁੰਦੇ ਹਨ, ਜਿਉ ਸੁਪਨਾ ਅਰ ਪੇਖਣਾ ਐਸੀ ਜਗ ਕੋ ਜਾਨ। ਹੇ ਭਾਈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਨਿੱਜੀ ਸਲਾਹ ਦੇ ਰਹੇ ਹਨ ਸਾਨੂੰ ਸਾਰਿਆਂ ਨੂੰ, ਕਿ ਸੰਸਾਰ ਨੂੰ ਕਿਸ ਤਰ੍ਹਾਂ ਅਸੀਂ ਸਮਝੀਏ। ਸੰਸਾਰ ਨੂੰ ਇਸ ਤਰ੍ਹਾਂ ਸਮਝ ਜਿਸ ਤਰ੍ਹਾਂ ਸੁਪਨਾ ਆਵੇ, ਜਿਉ ਸੁਪਨਾ ਅਰ ਪੇਖਣਾ, ਸੁਪਨਾ ਵੇਖਦੇ ਆ ਨਾ ਅਸੀਂ ਰਾਤ, ਇਸ ਤਰ੍ਹਾਂ ਦਾ ਸੰਸਾਰ ਨੂੰ ਜਾਣ ਕੇ ਜਗ ਨੂੰ ਸਮਝਣਾ ਕਰ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਇਹ ਸਾਰੇ ਜਿਹੜੇ ਸੰਸਾਰ ਹੈ, ਇਹ ਝੂਠ ਦਾ ਪਸਾਰਾ ਹੈ, ਔਰ ਇਹਦਾ ਵਿੱਚ ਕੁਝ ਸਚਾਈ ਨਹੀਂ ਹੈ। ਇਹ ਸੁਪਨੇ ਦੀ ਨਿਆਈ ਕਰਕੇ ਇਹਨੂੰ ਸਮਝ। ਜੇਕਰ ਸਿਰਫ ਸੱਚ ਹੈ, ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਔਰ ਪਰਮਾਤਮਾ ਦੀ ਸਦਾ ਸਥਿਰ ਰਹਿਣ ਵਾਲਾ ਹੈ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਪ੍ਰਾਣੀ ਜਿਹੜਾ ਜੀਵ ਦਾ, ਮਨੁੱਖ ਦਾ ਜਿਹੜਾ ਸੁਭਾਅ ਹੈ, ਉਹ ਨਿਸ ਦਿਨ, ਰਾਤ ਦਿਨ ਮਾਇਆ ਕਾਰਨ ਪ੍ਰਾਣੀ ਡੋਲਦਾ ਰਹਿੰਦਾ ਹੈ। ਵੀ ਜੇਕਰ ਮਿਲੇ ਨਹੀਂ ਜਬ ਕਛ ਪਾਵੇ, ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਣ ਲੱਗਦਾ ਹੈ। ਜੇ ਕੁਛ ਪਾਉਂਦਾ ਹੈ ਤੇ ਹੰਕਾਰ ਬੜਾ ਕਰਦਾ ਹੈ, ਤੇ ਜੇ ਕਿਤੇ ਕੋਈ ਗਵਾਚ ਜਾਵੇ, ਕੋਈ ਖਤਮ ਹੋ ਜਾਵੇ, ਨੁਕਸਾਨ ਹੋ ਜਾਵੇ, ਤੇ ਫਿਰ ਰੋਣ ਵੀ ਲੱਗ ਪੈਂਦਾ ਹੈ, ਡੋਲਣ ਲੱਗ ਪੈਂਦਾ ਹੈ। ਕੋਟਣ ਮੈਂ ਨਾਨਕ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ, ਨਾਰਾਇਣ ਜੇ ਚੀਤ, ਜਿਹਦੇ ਹਿਰਦੇ ਵਿੱਚ ਕੇਵਲ ਪਰਮਾਤਮਾ ਹੈ, ਤੇ ਉਹ ਪਰਮਾਤਮਾ ਦੇ ਕਰਕੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿੰਦਾ ਹੈ, ਤੇ ਕਦੇ ਵੀ ਡੋਲਦਾ ਨਹੀਂ। ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨ ਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਸਾਰ ਦਾ ਜੋ ਸੁਭਾਅ ਹੈ, ਸੰਸਾਰ ਕਿਸ ਤਰ੍ਹਾਂ ਦਾ ਹੈ, ਕਹਿੰਦੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨ ਸੈ ਨੀਤ। ਸੰਸਾਰ ਵੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਪਾਣੀ ਦੇ ਬੁਲਬੁਲਿਆਂ ਦੀ ਜੀਵਨ ਕੋਈ ਨਹੀਂ ਹੁੰਦਾ, 1 ਮਿੰਟ ਦੇ ਵਿੱਚ ਪੈਦਾ ਹੁੰਦੇ ਨੇ ਤੇ 1 ਮਿੰਟ ਦੇ ਵਿੱਚ ਹੀ ਖਤਮ ਹੋ ਜਾਂਦੇ ਨੇ। ਸੰਸਾਰ ਵੀ ਇਸੇ ਤਰ੍ਹਾਂ ਉਪਜ ਤੇ ਬਿਨਸ ਰਿਹਾ ਹੈ। ਜਗ ਰਚਨਾ ਤੈਸੀ ਰਚੀ, ਜਗਤ ਦੀ ਰਚਨਾ ਪਰਮਾਤਮਾ ਨੇ ਐਸੀ ਹੀ ਰਚੀ ਹੈ। ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਜਨਮ ਲੈ ਰਿਹਾ ਹੈ, ਕੋਈ ਮਰ ਰਿਹਾ ਹੈ। ਕਹੋ ਨਾਨਕ ਸੁਨ ਮੀਤ, ਹੇ ਮੇਰੇ ਮਿੱਤਰ, ਇਸ ਗੱਲ ਨੂੰ ਸਮਝ ਲੈ। ਪ੍ਰਾਨੀ ਕਛੂ ਨ ਚੇਤਈ,
ਮਦ ਮਾਇਆ ਕੈ ਅੰਧ, ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਦ। ਅਗਲੇ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਪ੍ਰਾਣੀ ਕਛੁ ਨ ਚੇਤਈ ਮਦ ਮਾਇਆ ਕੈ ਅੰਧ। ਇਹ ਮਨੁੱਖ ਪਰਮਾਤਮਾ ਨੂੰ ਤੇ ਕਦੇ ਚੇਤੇ ਨਹੀਂ ਕਰਦਾ, ਪਰ ਬਾਕੀ ਸਾਰੇ ਕੰਮ ਇਹਨੂੰ ਸਦਾ ਚੇਤੇ ਰਹਿੰਦੇ ਨੇ। ਮਹੀਨਿਆਂ ਬੱਧੀ ਜੇ ਦੂਸਰੇ ਪੁਰਾਣੇ ਸਮੇਂ ਦੇ ਸਾਰੇ ਕੰਮ ਇਹਨੂੰ ਯਾਦ ਆ ਜਾਂਦੇ ਨੇ, ਪਰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ। ਪਰਮਾਤਮਾ ਦਾ ਨਾਮ ਸਦਾ ਭੁੱਲਿਆ ਰਹਿੰਦਾ ਹੈ। ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਧ, ਕਿਉਂਕਿ ਮਾਇਆ ਦੇ ਮਦ ਮਸਤੀ ਦੇ ਅੰਦਰ, ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋਇਆ ਰਹਿੰਦਾ ਹੈ। ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹੇ ਜਮ ਫੰਦ। ਇਹੋ ਹੀ ਕੰਮ ਜਿਹੜਾ ਹੈ, ਜਿਹੜਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਮਾਇਆ ਨੂੰ ਤਿਆਗਦਾ ਨਹੀਂ, ਮਾਇਆ ਦੇ ਨਾਲ ਮਸਤ ਹੈ, ਮਾਇਆ ਦੇ ਨਾਲ ਮੋਹ ਪਾਈ ਬੈਠਾ ਹੈ, ਫਿਰ ਜਮਾਂ ਦੀ ਫੰਦ, ਜਮਾਂ ਦੀ ਫਾਸ ਇਹਦੇ ਗਲੇ ਵਿੱਚ ਪੈਂਦੀ ਹੈ। ਪਰਮਾਤਮਾ ਦੇ ਨਾਮ ਤੋਂ ਭਜਨ ਤੋਂ ਬਗੈਰ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਗੈਰ ਬੇੜਾ ਪਾਰ ਨਹੀਂ ਹੋਣ ਵਾਲਾ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਜੋ ਸੁਖ ਕੋ ਚਾਹੇ ਸਦਾ। हे ਭਾਈ, ਜੇ ਤੂੰ ਸਦਾ ਜੀਵਨ ਦੇ ਵਿੱਚ ਸੁਖ ਲੈਣੇ ਚਾਹੁੰਦਾ ਹੈ, ਫਿਰ ਰਾਮ ਦੀ ਸ਼ਰਨ ਲੈ, ਗੁਰੂ ਦੀ ਸ਼ਰਨ ਆ, ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਇਹ ਮੇਰਿਆ ਮਨਾ, ਇੱਕ ਗੱਲ ਚੇਤੇ ਰੱਖ ਕਿ ਇਹ ਮਨੁੱਖ ਦੇਹੀ ਤੈਨੂੰ ਦੁਰਲਭ ਪ੍ਰਾਪਤ ਹੋਈ ਹੈ। 84 ਲੱਖ ਜੂਨਾਂ ਦਾ ਤੈਨੂੰ ਸਰਦਾਰ ਬਣਾਇਆ ਹੈ। ਇਸ ਸਰਦਾਰ ਦੇ ਹੋਣ ਦੇ ਨਾਤੇ ਇਸ ਦੀ ਕਦਰ ਕਰਨੀ ਸਿੱਖ ਕਿ ਪਰਮਾਤਮਾ ਦੇ ਨਾਮ ਨੂੰ ਨਾ ਭੁਲਾ, ਜਿਹਨੇ ਤੈਨੂੰ 84 ਲੱਖ ਜੂਨ ਦਾ ਸਰਦਾਰ ਬਣਾਇਆ ਹੈ। ਮਾਇਆ ਕਾਰਨ ਤਾਵਹੀ, ਮੂਰਖ ਲੋਗ ਅਜਾਨ, ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਅਗਲੇ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਿ ਮਾਇਆ ਕਾਰਨ ਤਾਵਹੀ, ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਧਾਉਂਦਾ ਹੈ। ਹਰ ਕੰਮ ਚਾਹੁੰਦਾ ਹੈ ਕਿ ਮੈਂ ਮਾਇਆ ਪ੍ਰਾਪਤ ਜਿੰਨੀ ਵੱਧ ਤੋਂ ਵੱਧ ਹੋ ਸਕੇ ਓਨੀ ਕਰ ਲਵਾਂ, ਉਹਦੇ ਵਾਸਤੇ ਬੜੀ ਉਦਮ, ਬੜੀ ਮਿਹਨਤ ਕਰਦਾ ਹੈ। ਮੂਰਖ ਲੋਕ ਅਜਾਨ, ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਲੋਕ ਅਣਜਾਣ ਹਨ, ਮੂਰਖ ਹਨ। ਉਹਨਾਂ ਨੂੰ ਪਤਾ ਵੀ ਮਾਇਆ ਗੁਜਰਾਨ ਹੈ, ਵਰਤਣ ਵਾਸਤੇ। ਬਹੁਤੀ ਮਾਇਆ ਕਮਾਵੇਂਗਾ, ਜਬ ਕਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਣ ਲੱਗਦਾ ਹੈ। ਐਸੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਵੇਗੀ, ਸੁਖ ਨਹੀਂ ਮਿਲਣਗੇ ਮਾਇਆ ਦੇ ਕਾਰਨ, ਜਿਸ ਕਾਰਨ ਕਰਕੇ ਤੂੰ ਮਾਇਆ ਇਕੱਠੀ ਕਰ ਰਿਹਾ ਹੈ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਣ। ਪਰਮਾਤਮਾ ਦਾ ਨਾਮ ਜਪਿਆ ਹੀ ਤੇਰਾ ਇਸ ਲੋਕ ਤੇ ਪਰਲੋਕ ਦੇ ਵਿੱਚ ਸਹਾਇਤਾ ਕਰਨ ਦੀ ਸਮਰੱਥਾ ਰੱਖਦਾ ਹੈ। ਬਾਕੀ ਸਾਰਾ ਜਿਹੜਾ ਹੈ ਬਿਰਥਾ, ਵਿਅਰਥ ਜਨਮ ਤੇਰਾ ਚਲਿਆ ਜਾਵੇਗਾ। ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ, ਜੋ ਪ੍ਰਾਣੀ, ਜਿਹੜਾ ਜੀਵ ਨਿਸ ਦਿਨ ਰਾਤ ਦਿਨ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਰੂਪ ਰਾਮ ਤੇ ਜਾਨ, ਉਹਨੂੰ ਪਰਮਾਤਮਾ ਵਰਗਾ ਹੀ ਸਮਝ। ਹਰ ਜਨ ਹਰ ਅੰਤਰ ਨਹੀਂ, ਐਸੇ ਰੱਬ ਦੇ ਪਿਆਰਿਆਂ ਦੇ ਵਿੱਚ ਅਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਕਹੋ ਨਹੀਂ ਨਾਨਕ ਸਾਚੀ ਜਾਨ। हे ਭਾਈ, हे ਗੁਰੂ ਸਾਹਿਬ ਜੀ ਕਹਿੰਦੇ ਨੇ, हे ਭਾਈ, ਇਸ ਗੱਲ ਨੂੰ ਸੱਚੀਆਂ ਕਰਕੇ ਸਮਝ ਲੈ। ਮਨ ਮਾਇਆ ਮੈਂ ਫਾਦ ਰਹਿਓ, ਬਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਣੈ ਕਾਮ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ ਕਿ ਮਨ ਮਾਇਆ ਮੈਂ ਫਦ ਰਹਿਓ। ਮਨ ਜਿਹੜਾ ਹੈ ਉਹ ਮਾਇਆ ਦੇ ਜੰਜਾਲ ਦੇ ਵਿੱਚ ਫਸਿਆ ਰਹਿੰਦਾ ਹੈ, ਤੇ ਮਾਇਆ ਦੇ ਵਿੱਚ ਜੰਜਾਲ ਦੇ ਵਿੱਚ ਫਸੇ ਰਹਿਣ ਕਰਕੇ ਬਿਸਰਿਓ ਗੋਬਿੰਦ ਨਾਮ, ਉਹਨੂੰ ਰੱਬ ਦਾ ਨਾਮ ਭੁੱਲ ਜਾਂਦਾ ਹੈ। ਮਾਤ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ ਵੀ ਪਰਮਾਤਮਾ ਦੇ ਸਿਮਰਨ ਦੇ ਨਾਲ, ਬੰਦਗੀ ਦੇ ਨਾਲ ਜੁੜਿਆ ਰਹਿੰਦਾ ਹੈ, ਪਰ ਜਦੋਂ ਮਾਇਆ ਦੇ ਨਾਲ ਸੰਬੰਧ ਜੁੜ ਗਿਆ ਤੇ ਫਿਰ ਪਰਮਾਤਮਾ ਦੇ ਨਾਮ ਦੇ ਨਾਲੋਂ
ਲਿਵ ਟੁੱਟ ਗਈ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਣ ਤੋਂ ਬਗੈਰ ਜੀਵਨ ਕਿਸ ਕੰਮ ਦਾ ਹੈ? ਕਿਸੇ ਕੰਮ ਦਾ ਨਹੀਂ। ਪਰਮਾਤਮਾ ਦੇ ਨਾਮ ਜਪਣ ਤੋਂ ਬਗੈਰ ਬੰਦੇ ਦਾ, ਮਨੁੱਖ ਦਾ ਜੀਵਨ ਜਿਹੜਾ ਹੈ ਉਹ ਵਿਅਰਥ ਹੈ। ਪ੍ਰਾਨੀ RAM ਨ ਚੇਤਈ ਮਦ ਮਾਇਆ ਕੈ ਅੰਧ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਪ੍ਰਾਨੀ RAM ਨ ਚੇਤਈ। ਪ੍ਰਾਨੀ ਰੱਬ ਦਾ ਨਾਮ ਕਦੇ ਚੇਤੇ ਨਹੀਂ ਕਰਦਾ। ਮਦ ਮਾਇਆ ਕੈ ਅੰਧ। ਮਾਇਆ ਦੇ ਮਦ ਦੇ ਵਿੱਚ, ਮਸਤੀ ਦੇ ਵਿੱਚ, ਨਸ਼ੇ ਦੇ ਵਿੱਚ ਗਰੂਰ ਹੋਇਆ ਰਹਿੰਦਾ ਹੈ, ਅੰਨਾ ਹੋਇਆ ਰਹਿੰਦਾ ਹੈ। ਕਹੋ ਨਾਨਕ ਹਰ ਭਜਨ ਬਿਨ। ਸਤਿਗੁਰੂ ਜੀ ਕਹਿੰਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਪਰਮਾਤਮਾ ਦੇ ਭਜਨ ਬੰਦਗੀ ਸੇਵਾ ਸਿਮਰਨ ਤੋਂ ਬਗੈਰ ਪਰਤ ਤਾਹੇ ਜਮ ਫੰਦ। ਹੈ ਭਾਈ, ਤੇਰੇ ਗਲ ਅੰਦਰ ਜਮਾਂ ਦੀ ਫਾਂਸੀ ਪਏਗੀ। ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਸੁਖ ਮੈਂ ਬਹੁਤ ਸੰਗੀ ਪਏ। ਜਦੋਂ ਬੰਦੇ ਦੇ ਜੀਵਨ ਦੇ ਵਿੱਚ ਸੁਖ ਹੋਣ, ਮਾਇਆ ਦੀ ਬਹੁਤਾਤ ਹੋਵੇ, ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਹੋਣ, ਤੇ ਬੜੇ ਸੰਗੀ ਬਣ ਜਾਂਦੇ ਨੇ, ਬੜੇ ਮਿੱਤਰ ਪਿਆਰੇ ਬਣ ਜਾਂਦੇ ਨੇ। ਦੁੱਖ ਮੈਂ ਸੰਗ ਨਾ ਕੋਏ। ਪਰ ਜਦੋਂ ਕਿਤੇ ਕਸ਼ਟ, ਕਲੇਸ਼, ਕਿਸੇ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਉਦੋਂ ਕੋਈ ਮਿੱਤਰ ਨਹੀਂ ਬਣਦਾ, ਉਦੋਂ ਕੋਈ ਸਾਥ ਨਹੀਂ ਦਿੰਦਾ। ਸੁਖ ਮੈਂ ਬਹੁਤ ਸੰਗੀ ਪਏ। ਸੁਖ ਦੇ ਵਿੱਚ ਬੜੇ ਸੰਗੀ ਬਣਦੇ ਨੇ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਵੇ। ਫਿਰ ਤੂੰ ਕਿਉਂ ਇਹੋ ਜਿਹੇ ਝੂਠੇ ਬੰਦਿਆਂ ਦੇ ਨਾਲ ਮੋਹ ਪਾਉਂਦਾ ਹੈ, ਪਦਾਰਥਾਂ ਦੇ ਨਾਲ ਮੋਹ ਪਾਉਂਦਾ ਹੈ, ਜਿਨ੍ਹਾਂ ਤੇਰਾ ਸਾਥ ਨਹੀਂ ਦੇਣਾ? ਤੇ ਗੁਰੂ ਸਾਹਿਬ ਜੀ ਸਲਾਹ ਦਿੰਦੇ ਹਨ, ਕਹੋ ਨਾਨਕ ਹਰ ਭਜ ਮਨਾ। ਹੇ ਭਾਈ, ਤੂੰ ਪਰਮਾਤਮਾ ਦਾ ਨਾਮ ਭਜਨ ਸਿਮਰਨ ਕਰ, ਬੰਦਗੀ ਕਰ, ਜਿਹੜਾ ਤੇਰਾ ਅੰਤ ਸਹਾਈ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਤੇਰੀ ਸਹਾਇਤਾ ਕਰਨ ਦੀ ਸਮਰੱਥਾ ਰੱਖਦਾ ਹੈ। ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ। ਜਨਮ ਜਨਮਾਂਤਰਾਂ ਦੇ ਵਿੱਚ ਬੰਦਾ ਭਟਕਦਾ ਹੈ, ਪਰ ਉਹਦੇ ਜਮਾਂ ਦੇ ਤਰਾਸ, ਜਮਾਂ ਦਾ ਕਿਉਂਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਇਹ ਤੇ ਹੋਣਾ ਹੀ ਹੈ। ਜਿਹੜਾ ਬੰਦਾ ਜਨਮਦਾ ਹੈ ਉਹਨੇ ਮਰਨਾ ਹੈ, ਤੇ ਮੌਤ ਤੋਂ ਜਮਾਂ ਦਾ ਡਰ ਜਿਹੜਾ ਹੈ ਉਹ ਬੰਦੇ ਦੇ ਅੰਦਰੋਂ ਜਾਂਦਾ ਨਹੀਂ। ਕਹੋ ਨਾਨਕ ਹਰ ਭਜ ਮਨਾ। ਤੇ ਸਤਿਗੁਰੂ ਜੀ ਕਹਿੰਦੇ ਇਹਦਾ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ ਵਸੀਲਾ ਹੈ, ਢੰਗ ਹੈ, ਜੁਗਤੀ ਹੈ ਕਿ ਪਰਮਾਤਮਾ ਦਾ ਸਿਮਰਨ ਕਰ, ਤੇ ਤੈਨੂੰ ਫਿਰ ਨਿਰਭੈ ਪਦ ਦੀ ਪ੍ਰਾਪਤੀ ਹੋ ਜਾਵੇਗੀ, ਜਿੱਥੇ ਕੋਈ ਡਰ ਤੈਨੂੰ ਸਤਾਏਗਾ ਨਹੀਂ। ਕਿਸੇ ਜਮ ਦਾ ਜਾਂ ਕਿਸੇ ਹੋਰ ਵਕਾਰਾਂ ਦਾ ਜਾਂ ਬੁਰਾਈਆਂ ਦਾ ਕਦੇ ਵੀ ਤੇਰੇ ਮਨ ਦੇ ਵਿੱਚ ਭੈ ਨਹੀਂ ਬਣੇਗਾ। ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ। ਗੁਰੂ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਫਰਮਾਉਣਾ ਕਰਦੇ ਹਨ ਕਿ ਜਤਨ ਬਹੁਤ ਮੈਂ ਕਰ ਰਹਿਓ। ਮੈਂ ਬੜੇ ਯਤਨ ਕੀਤੇ, ਬੜੇ ਵਸੀਲੇ, ਬੜੇ ਢੰਗ ਤਰੀਕੇ ਅਪਣਾਏ, ਪਰ ਮੇਰੇ ਮਨ ਦਾ ਮਾਨ ਨਹੀਂ ਦੂਰ ਹੋਇਆ। ਮਿਟਿਓ ਨਾ ਮਨ ਕੋ ਮਾਨ, ਸਗੋਂ ਮੇਰੇ ਮਨ ਦਾ ਹੰਕਾਰ ਵੱਧਦਾ ਹੀ ਗਿਆ। ਦੁਰਮਤ ਸਿਉ ਨਾਨਕ ਫਦਿਓ। ਸਤਿਗੁਰੂ ਜੀ ਕਹਿੰਦੇ ਕਿ ਮੈਂ ਦੁਰਮਤ, ਖੋਟੀ ਮਤ ਦੇ ਵਿੱਚ ਹੀ ਫਸਿਆ ਰਿਹਾ। ਇਹ ਜੀਵਨ ਦੇ ਵਿੱਚ ਜਿਹੜਾ ਬੰਦਾ ਕੇਵਲ ਮਾਇਆ ਦੇ ਨਾਲ ਸੰਬੰਧ ਰੱਖਦਾ ਹੈ, ਪਦਾਰਥਾਂ ਦੇ ਨਾਲ ਸੰਬੰਧ ਰੱਖਦਾ ਹੈ, ਉਹਦੇ ਅੰਦਰੋਂ ਖੋਟੀ ਮਤ ਦੂਰ ਨਹੀਂ ਹੁੰਦੀ, ਤੇ ਉਹਦੇ ਅੰਦਰੋਂ ਕਦੇ ਮਾਨ ਹੰਕਾਰ ਜਿਹੜਾ ਹੈ ਉਹ ਕਦੇ ਖਤਮ ਨਹੀਂ ਹੁੰਦਾ। ਪਰ ਜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇ, ਪਰਮਾਤਮਾ ਦਾ ਆਸਰਾ, ਭਗਵਾਨ ਦਾ, ਪਰਮਾਤਮਾ ਦਾ ਆਸਰਾ ਲਵੇ, ਤੇ ਫਿਰ ਇਹ ਸਾਰੀਆਂ ਦੁੱਖ, ਕਸ਼ਟ, ਕਲੇਸ਼, ਵਿਪਤਾ, ਚਿੰਤਾਵਾਂ, ਫਿਕਰ ਸਾਰੇ ਦੂਰ ਹੋ ਸਕਦੇ ਹਨ। ਖੋਟੀ ਮਤ ਗੁਰਮਤ ਦੇ ਵਿੱਚ ਬਦਲ ਸਕਦੀ ਹੈ। ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤਿੰਨ ਅਵਸਥਾ ਮੰਨੀਆਂ ਗਈਆਂ ਹਨ, ਬਾਲ ਅਵਸਥਾ, ਜਵਾਨੀ ਅਵਸਥਾ ਤੇ ਬਿਰਧ ਅਵਸਥਾ। ਇਹ ਤਿੰਨ ਅਵਸਥਾ ਨੇ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਵਿੱਚ ਤੂੰ ਜੇ ਬਾਲ ਅਵਸਥਾ ਤਾਂ ਸਫਲ ਹੋਵੇਗੀ ਜੇ ਤੂੰ ਪਰਮਾਤਮਾ ਦੇ ਨਾਲ ਸਾਂਝ ਪਾਏਗਾ। ਜਵਾਨੀ ਅਵਸਥਾ ਵੀ ਤੇ ਬਿਰਧ ਅਵਸਥਾ ਵੀ ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਉਣ ਦੇ ਨਾਲ ਹੀ ਸਫਲ ਹੋਣਗੀਆਂ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਪਰ ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ, ਭਾਵੇਂ ਉਹ ਬਾਲ ਜਵਾਨੀ ਹੈ,
ਭਾਵੇਂ ਉਹ ਬਾਲ ਅਵਸਥਾ ਹੈ, ਜਵਾਨੀ ਅਵਸਥਾ ਹੈ, ਬਿਰਧ ਅਵਸਥਾ ਹੈ, ਤਿੰਨੇ ਹੀ ਵਿਅਰਥ ਜਾਣਦੀਆਂ ਸਮਝ ਵੀ ਇਹ ਵਿਅਰਥ ਹੀ ਚਲੇ ਗਈਆਂ, ਬੇਕਾਰ ਹੀ ਚਲੇ ਗਈਆਂ। ਐਸਾ ਅਨਮੋਲ ਹੀਰੇ ਰਤਨਾ ਰੂਪੀ, ਜਵਾਹਰਾਂ ਰੂਪੀ ਇਹ ਸਾਨੂੰ ਅਨਮੋਲ ਜੋ ਮਨੁੱਖ ਦੇਹੀ ਪ੍ਰਾਪਤ ਹੋਈ ਹੈ, ਅਣਜਾਈ ਹੀ ਚਲੇ ਗਈ ਹੈ। ਕਰਨੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਕਰਨੋ ਤੋ ਸੋ ਨਾ ਕੀਓ, ਜੋ ਕਰਨਾ ਸੀ ਉਹ ਇਹਨੇ ਕੀਤਾ ਨਹੀਂ। ਕਰਨੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਲੋਭ ਦੇ ਵਿੱਚ ਫਸ ਕੇ ਰਹਿ ਗਿਆ। ਭਾਵ ਕਿ ਮਾਇਆ ਦੇ ਵਿੱਚ, ਮਾਇਆ ਦੇ ਹੰਕਾਰ ਦੇ ਵਿੱਚ ਜਾਂ ਮਾਇਆ ਦੇ ਲੋਭ ਲਾਲਚ ਦੇ ਵਿੱਚ ਫਸ ਕੇ ਰਹਿ ਗਿਆ। ਜਿਸ ਮਕਸਦ ਦੇ ਵਾਸਤੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕਿ ਇਹ ਤੇਰੀ ਬਰੀਆ ਵਾਲੇ ਜੀਵਨ ਕਮਾਉਣਾ ਸੀ, ਪਰ ਇਹ ਤੇ ਕੰਮ ਕੀਤਾ ਕੋਈ ਨਾ। ਨਾਨਕ ਸਮਿਓ ਰਮ ਗਇਓ, ਇਸ ਤਰ੍ਹਾਂ ਇਹ ਸਾਰਾ ਸਮਾਂ ਇਹਨੇ ਆਪਣਾ ਜੀਵਨ ਜਿਹੜਾ ਹੈ ਸਾਰਾ ਬਤੀਤ ਕਰ ਲਿਆ। ਪਰ ਹੁਣ ਪਛਤਾਵਾ ਜਦੋਂ ਬਿਰਧ ਅਵਸਥਾ ਆ ਗਈ, ਨੈਨੋ ਨੀਰ ਬਹੇ ਤਨਖੀਨਾ ਭਏ ਕੇਸ ਦੁਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਆਗਿਆ ਕਰੇ ਪੁਰਾਣੀ ਵਾਲੀ ਅਵਸਥਾ ਬਣ ਗਈ। ਫਿਰ ਰੋਣ ਦਾ ਕੀ ਮੈਨਾ, ਫਿਰ ਰੋਣ ਦਾ ਕੋਈ ਲਾਭ ਨਹੀਂ ਹੈ। ਜਦੋਂ ਵਕਤ ਸੀ ਉਦੋਂ ਵਕਤ ਦੀ ਪਹਿਚਾਣ ਨਹੀਂ ਕੀਤੀ, ਸੰਭਾਲ ਨਹੀਂ ਕੀਤੀ, ਪਰ ਵਕਤ ਲੰਘ ਜਾਣ ਤੋਂ ਬਾਅਦ ਜੇ ਪਛਤਾਵਾ ਕਰੇ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿ ਨ ਪੀਤ। ਮਨ ਮਾਇਆ ਮੈਂ ਰਮ ਰਹਿਓ, ਮਨ ਤੇ ਮਾਇਆ ਨੂੰ ਹੀ ਯਾਦ ਕਰਦਾ ਰਿਹਾ, ਸਦਾ ਮਾਇਆ ਦੇ ਝੰਜਮੇਲਿਆਂ ਦੇ ਵਿੱਚ ਹੀ ਭਟਕਦਾ ਰਿਹਾ। ਨਿਕਸਤ ਨਾਹਿ ਨ ਮੀਤ, ਨਿਕਲਣ ਦਾ ਕੋਈ ਚਾਂਸ ਨਹੀਂ, ਕਿਸੇ ਵੀ ਤਰੀਕੇ ਦੇ ਨਾਲ ਮਾਇਆ ਦੇ ਮੋਹ ਦੇ ਵਿੱਚੋਂ ਨਿਕਲਦਾ ਨਹੀਂ, ਕਿਉਂਕਿ ਮਾਇਆ ਦੇ ਮੋਹ ਦੇ ਵਿੱਚੋਂ ਨਿਕਲਣ ਦਾ ਇੱਕੋ ਇੱਕ ਵਸੀਲਾ ਹੈ ਪਰਮਾਤਮਾ ਦਾ ਨਾਮ ਜਪਣਾ, ਉਹ ਇਹ ਜਪਦਾ ਨਹੀਂ। ਨਾਨਕ ਮੂਰਤ ਚਿੱਤਰ ਜਿਉਂ, ਇਹਦਾ ਤੇ ਹਾਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿਸੇ ਕੰਧ ਤੇ ਮੂਰਤ ਚਿੱਤਰੀ ਹੋਈ ਹੋਵੇ ਤੇ ਜੇ ਮੂਰਤ ਕੰਧ ਨੂੰ ਛੱਡਣਾ ਚਾਹਵੇ ਤੇ ਛੱਡ ਨਹੀਂ ਸਕਦੀ। ਇਸੇ ਤਰ੍ਹਾਂ ਬੰਦਾ ਮਾਇਆ ਦੇ ਵਿੱਚ ਲਿਪਤ ਹੋਇਆ, ਮਾਇਆ ਜੇ ਛੱਡਣੀ ਵੀ ਚਾਹਵੇ ਤੇ ਮਾਇਆ ਐਸੀ ਹੈ ਇਹਨੂੰ ਮੋਹ ਲੈਂਦੀ ਹੈ ਤੇ ਇਹਦੇ ਕੋਲੋਂ ਆਪਣੇ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਧੰਦੇ ਕਰਵਾਉਂਦੀ ਹੈ ਤੇ ਸਦਾ ਇਹਦਾ ਜੀਵਨ ਬੇਕਾਰ ਕਰਦੀ ਹੈ। ਨਰ ਚਾਹਤ ਕਛ ਔਰੈ ਕੀ ਔਰੈ ਪਈ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਨਰ ਚਾਹਤ ਕਛ ਔਰ, ਬੰਦਾ ਤੇ ਕੁਝ ਹੋਰ ਚਾਹੁੰਦਾ ਹੈ, ਕਿਉਂਕਿ ਝਗੜਾ ਇਸੇ ਗੱਲ ਦਾ ਹੈ ਜੋ ਪਰਮਾਤਮਾ ਚਾਹੁੰਦਾ ਹੈ ਉਹ ਆਦਮੀ ਨੂੰ ਮਨਜ਼ੂਰ ਨਹੀਂ, ਪਰ ਜੋ ਆਦਮੀ ਆਪਣੀਆਂ ਮਨਮਾਨੀਆਂ ਕਰਨੀਆਂ ਚਾਹੁੰਦਾ ਹੈ, ਆਪਣੀਆਂ ਮਨ ਮਰਜ਼ੀਆਂ ਕਰਨੀਆਂ ਕਰਕੇ ਆਪਣੇ ਜੀਵਨ ਨੂੰ ਬਤਾਉਣਾ ਚਾਹੁੰਦਾ ਹੈ, ਉਹ ਪਰਮਾਤਮਾ ਨੂੰ ਮਨਜ਼ੂਰ ਨਹੀਂ। ਇਸ ਕਰਕੇ ਇਹਦਾ ਜੀਵਨ ਹੋਰ ਦਾ ਹੋਰ ਬਣਦਾ ਜਾਂਦਾ ਹੈ। ਚਿਤਵਤ ਰਹਿਓ ਠਗੌਰ, ਸਦਾ ਠੱਗੀਆਂ ਮਾਰਨ ਦੇ, ਹੀਰਾ ਫੇਰੀਆਂ, ਬੇਈਮਾਨੀਆਂ, ਇਹਨਾਂ ਕੰਮਾਂ ਵੱਲੇ ਬੰਨੇ ਧਿਆਨ ਰਹਿੰਦਾ ਹੈ ਤੇ ਇੰਨੇ ਚਿਰ ਨੂੰ ਨਾਨਕ ਫਾਂਸੀ ਗਲ ਪਰੀ। ਫਿਰ ਇਹੋ ਜਿਹਾ ਕੰਮਾਂ ਦੇ ਕਰਨ ਦੇ ਨਾਲ ਗਲ ਵਿੱਚ ਫਾਂਸੀਆਂ ਹੀ ਪੈਣੀਆਂ ਹਨ, ਸਦਾ ਦੁੱਖ ਹੀ ਸਹਿਣੇ ਪੈਣੇ ਹਨ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਪਾਵੈ ਸੋ ਹੋਏ। ਆਪਣੇ ਸਰੀਰਕ ਸੁੱਖਾਂ ਦੇ ਵਾਸਤੇ ਸਾਰੇ ਯਤਨ ਕਰਦਾ ਰਿਹਾ, ਸਾਰੇ ਸੁੱਖ ਸਹੂਲਤਾਂ ਪੈਦਾ ਕਰਦਾ ਰਿਹਾ, ਪਰ ਦੁੱਖ ਕੋ ਕੀਓ ਨਾ ਕੋਏ, ਜੋ ਇਹਨੂੰ ਦੁੱਖ ਸਹਿਣੇ ਪੈਣੇ ਹਨ, ਜੋ ਮਾਇਆ ਦੇ ਦੁੱਖ ਜਾਂ ਹੋਰ ਵਿਕਾਰਾਂ ਦੇ ਦੁੱਖ, ਬੁਰਾਈਆਂ ਦੇ ਦੁੱਖ, ਜਾਂ ਜਿਹੜਾ ਮੌਤ ਦਾ ਵੱਡਾ ਦੁੱਖ ਹੈ ਔਰ ਡਰ ਹੈ, ਉਹਨਾਂ ਦਾ ਕੋਈ ਉਪਰਾਲਾ ਨਹੀਂ ਕੀਤਾ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਪਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਜੀ ਇਸ ਸ਼ਲੋਕ ਦੇ ਵਿੱਚ ਸਮਝਾਉਂਦੇ ਹਨ ਕਿ ਹੇ ਮਰਿਆ ਮਨਾ, ਉਹ ਹੀ ਖਾਉਣਾ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ। ਇਸ ਕਰਕੇ ਤੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿ, ਪਰਮਾਤਮਾ ਦੇ ਨਾਲ ਆਪਣੀ ਸਾਂਝ ਬਣਾ ਕੇ ਰੱਖ ਤਾਂ ਕਿ ਤੇਰਾ ਮਨੁੱਖ ਜਨਮ ਸਫਲਾ ਹੋ ਸਕੇ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੈ ਕਾਮ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਸਮਝਾਉਣਾ ਕਰਦੇ ਹਨ ਕਿ ਜਗਤ ਭਿਖਾਰੀ, ਭਈ ਸਾਰਾ ਜਗਤ ਭਿਖਾਰੀਆਂ ਵਰਗਾ ਹੈ, ਸਾਰਾ ਜਗਤ ਭਿਖਾਰੀ ਬਣ ਕੇ ਫਿਰ ਰਿਹਾ ਹੈ ਤੇ ਦਾਤਾ ਹੈ ਪਰਮਾਤਮਾ। ਸਾਰੇ ਉਹਦੇ ਅੱਗੇ ਝੋਲੀਆਂ ਅੱਡ ਕੇ ਦਾਤਾਂ ਮੰਗਦੇ ਹਨ ਤੇ ਉਹ ਦਾਤਾਂ ਸਾਰਿਆਂ ਨੂੰ ਦਿੰਦਾ ਹੈ, ਥੱਕਦਾ ਨਹੀਂ।
ਲੈਣ ਵਾਲਾ ਥੱਕ ਜਾਂਦਾ ਹੈ, ਦੇਣ ਵਾਲਾ ਪਰਮਾਤਮਾ ਕਦੇ ਦੇਣ ਵਾਲਾ ਪਰਮਾਤਮਾ ਥੱਕਦਾ ਨਹੀਂ। ਭਾਵੇਂ ਵਾਰ-ਵਾਰ ਅਸੀਂ ਉਹਦੇ ਕੋਲੋਂ ਦਾਤਾ ਮੰਗਦੇ ਹਾਂ, ਉਹ ਫਿਰ ਵੀ ਸਾਡੀਆਂ ਝੋਲੀਆਂ ਭਰਦਾ ਹੈ। ਕਹੋ ਨਾਨਕ ਮਨ ਸਿਮਰਤ ਹੇ ਮੇਰਿਆ ਮਨਾ, ਇਸ ਕਰਕੇ ਤੂੰ ਉਸ ਪਰਮਾਤਮਾ ਦਾ ਹੀ ਨਾਮ ਜਪ ਜਿਸ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਤੇਰੇ ਸਾਰੇ ਕਾਰਜ ਪੂਰੇ ਹੋ ਜਾਣ। ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ, ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਗੁਰੂ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਬੜਾ ਸੋਹਣਾ ਸੁੰਦਰ ਸਾਨੂੰ ਇੱਕ ਸਮਝਾਉਣਾ ਸਿੱਖਿਆ ਦੇ ਰਹੇ ਹਨ ਕਿ ਝੂਠੇ ਮਾਨ ਕਿਉਂ ਕਰਦਾ ਪਿਆ ਹੈ, ਕਿਉਂ ਦਾਅਵੇ ਕਰਦਾ ਹੈ ਕਿ ਆਹ ਮੇਰਾ ਹੈ, ਉਹ ਮੇਰਾ ਹੈ। ਤੂੰ ਜੱਗ ਨੂੰ ਸੁਪਨੇ ਦੀ ਸਮਾਨ ਜਾਣ ਕਿ ਜੱਗ ਇੱਕ ਸੁਪਨੇ ਦੀ ਤਰ੍ਹਾਂ ਹੈ। ਰਾਤ ਨੂੰ ਸੁਪਨਾ ਆਇਆ, ਸਵੇਰੇ ਬੰਦੇ ਦੀ ਹਕੀਕਤ ਹੋਰ ਹੁੰਦੀ ਹੈ, ਰਾਤ ਦਾ ਸੁਪਨਾ ਕੁਝ ਹੋਰ ਹੁੰਦਾ ਹੈ। ਸੋ ਸੰਸਾਰ ਨੂੰ ਵੀ ਇਸੇ ਤਰ੍ਹਾਂ ਜਾਣ। ਇਨ ਮੈਂ ਕਛ ਤੇਰੋ ਨਹੀਂ, ਜਿਨ੍ਹਾਂ ਪਦਾਰਥਾਂ ਦਾ ਤੂੰ ਦਾਅਵਾ ਕਰਦਾ ਫਿਰਦਾ ਹੈ, ਜਿਨ੍ਹਾਂ ਜਾਇਦਾਦਾਂ ਦਾ, ਜਿਨ੍ਹਾਂ ਧੀਆਂ ਪੁੱਤਰਾਂ ਦੌਲਤਾਂ ਦਾ ਤੂੰ ਮਾਣ ਕਰਦਾ ਫਿਰਦਾ ਹੈ, ਉਹ ਸਾਰੇ ਝੂਠੇ ਹਨ, ਉਹ ਸਾਰੇ ਤੇਰੇ ਨਹੀਂ। ਨਾਨਕ ਬਖਾਨ ਗੁਰੂ ਸਾਹਿਬ ਜੀ ਕਹਿੰਦੇ ਨੇ, ਮੈਂ ਇਹ ਗੱਲ ਤੈਨੂੰ ਵਿਖਿਆਨ ਭਾਵ ਕੇ ਚੰਗੀ ਤਰ੍ਹਾਂ ਦੱਸ ਦਿੰਦਾ ਹਾਂ। ਗਰਭ ਕਰਤ ਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ, ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਗਰਭ ਕਰਤ ਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ। ਇਸ ਸੰਸਾਰ ਦੇ ਵਿੱਚ ਇਸ ਦੇਹ ਦਾ ਗੁਮਾਨ ਕਰਦਾ ਹੈ, ਦੇਹ ਦੇ ਕਰਕੇ ਜੀਵ ਅਹੰਕਾਰ ਕਰਦਾ ਹੈ, ਪਦਾਰਥਾਂ ਦਾ ਅਹੰਕਾਰ ਕਰਦਾ ਹੈ, ਧੀਆਂ ਪੁੱਤਰਾਂ ਦਾ ਅਹੰਕਾਰ ਕਰਦਾ ਹੈ। ਗਰਭ ਕਰਤਾ ਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ। ਜਿਸ ਦੇਹੀ ਦਾ ਤੂੰ ਭਰੋਸਾ ਕਰਦਾ ਹੈ, ਜਿਸ ਦੇਹੀ ਦਾ ਤੂੰ ਮਾਣ ਸਤਿਕਾਰ ਕਰਦਾ ਹੈ, ਜਿਸ ਦੇਹੀ ਤੇ ਤੈਨੂੰ ਬੜਾ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਉਹ ਛਿਨਮੈ ਬਿਨਸ ਜਾਣ ਵਾਲੀ ਹੈ। हे ਮੇਰੇ ਮਿੱਤਰ, ਜੇ ਪ੍ਰਾਣੀ ਹਰ ਜਸ ਕਹਿਓ, ਜਿਸ ਪ੍ਰਾਣੀ ਨੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਇਆ, ਨਾਨਕ ਪਰਮਾਤਮਾ ਦੇ ਨਾਮ ਨੂੰ ਯਾਦ ਕੀਤਾ, ਉਹਨੇ ਸਮਝ ਲਓ ਤਿਹ ਜਗ ਜੀਤ। ਨਾਨਕ ਤਿਹ ਜਗ ਜੀਤ। हे ਗੁਰੂ ਸਾਹਿਬ ਜੀ ਕਹਿੰਦੇ ਨੇ, हे ਭਾਈ, ਉਹਨੇ ਤੇ ਸੰਸਾਰ ਨੂੰ ਜਿੱਤ ਲਿਆ। ਜਿਹੜਾ ਬੰਦਾ ਇਸ ਗੱਲ ਨੂੰ ਸਮਝ ਲਿਆ, ਜਿਹਨੇ ਪਰਮਾਤਮਾ ਨੇ ਪ੍ਰਾਣੀ ਦੇ ਨਾਲ, ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜਿਆ, ਉਹਨੇ ਤੇ ਇਸ ਸੰਸਾਰ ਨੂੰ ਜਿੱਤ ਲਿਆ। ਉਹ ਹੀ ਆਪਣਾ ਜਨਮ ਸਫਲਾ ਕਰਕੇ ਇਸ ਸੰਸਾਰ ਤੋਂ ਰੁਖਸਤ ਹੁੰਦਾ ਹੈ। ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਅਗਲੇ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ, ਜਿਹ ਘਟ ਸਿਮਰਨ ਨਾਮ ਕੋ ਸੋ ਨਰ ਮੁਕਤਾ ਜਾਨ। ਭਾਈ, ਇੱਕ ਗੱਲ ਆਪਣੇ ਪੱਲੇ ਬੰਨ੍ਹ ਲੈ ਕਿ ਜਿਸ ਘਟ, ਜਿਸ ਸਰੀਰ ਦੇ ਵਿੱਚ ਪਰਮਾਤਮਾ ਦਾ ਸਿਮਰਨ ਹੈ, ਪਰਮਾਤਮਾ ਦਾ ਨਾਮ ਜਪਦਾ ਹੈ ਜਿਹੜਾ ਸਰੀਰ, ਉਹ ਹੀ ਨਰ ਮੁਕਤਾ, ਉਹ ਹੀ ਭਾਵ ਜੀਵਨ ਮੁਕਤ ਹੈ, ਉਹ ਹੀ ਜੀਵਨ ਮੁਕਤ ਅਖਵਾ ਸਕਦਾ ਹੈ। ਤਿਹ ਨਰ ਹਰ ਅੰਤਰ ਨਹੀਂ, ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ। ਨਾਨਕ ਸਾਚੀ ਜਾਨ। हे ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਗੱਲ ਸੱਚੀ ਕਰਕੇ ਮੰਨ ਲੈ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਗੁਰੂ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਸਮਝਾਉਣਾ ਕਰਦੇ ਹਨ ਕਿ ਜਿਹੜਾ ਸਰੀਰ, ਜਿਹੜਾ ਤਨ, ਜਿਸ ਤਨ ਦੇ ਵਿੱਚ ਉਸ ਭਗਵਾਨ, ਉਸ ਪਰਮਾਤਮਾ ਦੇ ਨਾਮ ਦਾ ਕੋਈ ਥਾਂ ਨਹੀਂ। ਏਕ ਭਗਤ ਭਗਵਾਨ ਬਿਨ ਜਿਹ ਪ੍ਰਾਣੀ ਕੈ ਨਾਹਿ ਮਨ। ਜਿਸ ਪ੍ਰਾਣੀ ਦੇ ਮਨ ਅੰਦਰ ਭਗਵਾਨ ਤੋਂ ਬਗੈਰ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹਿ ਮਨ, ਜਿਸ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ, ਏਕ ਭਗਤ ਪਰਮਾਤਮਾ ਨਹੀਂ, ਉਸ ਦਾ ਜੀਵਨ, ਸਤਿਗੁਰੂ ਜੀ ਕਹਿੰਦੇ ਨੇ, ਇਸ ਤਰ੍ਹਾਂ ਦਾ ਮੰਨ ਲੈ ਕਿ ਜਿਸ ਤਰ੍ਹਾਂ ਸੂਕਰ, ਸੂਰ ਜਾਂ ਕੁੱਤਾ, ਕੂਕਰ ਹੈ, ਸਮਝ ਲਾ ਵੀ ਉਹ ਸਰੀਰ ਇਸ ਸਮਾਨ ਹੈ। ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ। ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ। ਅਗਲੇ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਿ ਤੂੰ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਵਫਾਦਾਰ ਇਸ ਤਰ੍ਹਾਂ ਬਣ ਜਿਸ ਤਰ੍ਹਾਂ ਇੱਕ ਸੂਕਰ, ਜਿਹੜਾ ਸਵਾਨ, ਜਿਹੜਾ ਕੂਕਰ ਹੈ, ਉਹ ਆਪਣੇ ਮਾਲਕ ਦਾ ਵਫਾਦਾਰ ਹੈ। ਆਪਣੇ ਮਾਲਕ ਦਾ ਗ੍ਰਹਿ ਕਦੇ ਤਜਦਾ ਨਹੀਂ,
ਕਦੇ ਦੂਸਰੇ ਥਾਵਾਂ ਤੇ ਜਾ ਕੇ ਭਟਕਦਾ ਨਹੀਂ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਨਹੀਂ ਤਿਆਗਦਾ ਆਪਣੇ ਮਾਲਕ ਦੇ ਘਰ ਨੂੰ, ਆਪਣੇ ਮਾਲਕ ਨੂੰ ਨਹੀਂ ਤਿਆਗਦਾ। ਨਾਨਕ ਇਹ ਬਿਦ ਹਰ ਭਜੋ, ਹੇ ਮਰਿਆ ਮਨਾ, ਤੂੰ ਵੀ ਪਰਮਾਤਮਾ ਦੇ ਦਰ ਤੇ ਇਸ ਤਰ੍ਹਾਂ ਕੂਕਰ ਬਣ ਕੇ ਉਸ ਪਰਮਾਤਮਾ ਨੂੰ ਧਿਆ, ਉਸ ਪਰਮਾਤਮਾ ਨੂੰ ਯਾਦ ਕਰ। ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਤੇ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇ ਪਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਅਗਲੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਤੀਰਥ ਵਰਤ ਅਰਦਾਨ। ਜੇ ਕੋਈ ਤੀਰਥਾਂ ਦੀ ਜਾ ਕੇ ਯਾਤਰਾ ਕਰਦਾ ਹੈ, ਜਾਂ ਕੋਈ ਵਰਤ ਰੱਖ ਕੇ, ਜਾਂ ਕੋਈ ਦਾਨ ਪੁੰਨ ਕਰਕੇ ਆਪਣੇ ਮਨ ਦੇ ਵਿੱਚ ਹੰਕਾਰ ਕਰੀ ਬੈਠਾ ਹੈ ਇਹਨਾਂ ਕਰਮ ਕਾਂਡਾਂ ਦਾ, ਤੇ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਹਾਥੀ ਇਸ਼ਨਾਨ ਕਰਕੇ ਫਿਰ ਆਪਣੇ ਸਰੀਰ ਤੇ ਮਿੱਟੀ ਪਾ ਲੈਂਦਾ ਹੈ ਨਾ, ਇਸ ਤਰ੍ਹਾਂ ਇਹ ਜਿਹੜੇ ਨਿਫਲ, ਇਹ ਬਗੈਰ ਫਲ ਤੋਂ ਇਹ ਸਾਰੇ ਵਿਅਰਥ ਚਲੇ ਜਾਂਦੇ ਨੇ ਜਿਹੜੇ ਇਹ ਜੀਵਨ ਦੇ ਵਿੱਚ ਕਰਮਕਾਂਡ ਕਰਦਾ ਹੈ। ਸਿਰ ਕੰਪਿਓ ਪਗ ਡਗ ਮਗੈ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਪਈ, ਤਉ ਨ ਹਰ ਰਸ ਲੀਨਾ। ਗੁਰੂ ਸਾਹਿਬ ਜੀ ਅਗਲੇ ਸ਼ਲੋਕ ਦੇ ਅੰਦਰ ਸਮਝਾਉਣਾ ਕਰਦੇ ਹਨ ਕਿ ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਇਹ ਬਿਰਧ ਅਵਸਥਾ ਦੀ ਗੱਲ ਹੈ। ਸਿਰ ਕੰਬਦਾ ਹੈ, ਪਗ ਪੈਰ ਜਿਹੜੇ ਨੇ ਡਗਮਗਾਉਂਦੇ ਨੇ, ਜੋਤ ਜਿਹੜੀ ਅੱਖਾਂ ਦੀ ਜੋਤ ਆ ਉਹ ਹੀਣੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਕਹੋ ਨਾਨਕ ਇਹ ਬਿਦ ਪਈ, ਤਉ ਨ ਹਰ ਰਸ ਲੀਨ। ਇਹ ਸਾਰੀ ਇਸ ਵਿਧੀ ਦੇ ਇੱਥੋਂ ਤੱਕ ਪਹੁੰਚਣ ਦੇ ਨਾਲ ਵੀ ਤੂੰ ਕਦੇ ਪਰਮਾਤਮਾ ਦੇ ਨਾਮ ਦਾ ਰਸ ਲਿਆ ਹੀ ਨਹੀਂ। ਤੇਰਾ ਸਾਰਾ ਜੀਵਨ ਜਿਹੜਾ ਹੈ, ਹੁਣ ਬੁਢਾਪਾ ਆ ਗਿਆ, ਜਵਾਨੀ ਦੇ ਵਿੱਚ, ਬਾਲ ਅਵਸਥਾ ਦੇ ਵਿੱਚ ਤੂੰ ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ। ਜਦੋਂ ਤੇਰਾ ਸਿਰ ਵੀ ਕੰਬਦਾ ਨਹੀਂ ਸੀ, ਤੇਰੇ ਪੱਗ ਵੀ ਡਗਮਗਾਉਂਦੇ ਨਹੀਂ ਸਨ, ਤੇਰੀ ਜੋਤ ਵੀ, ਨੈਣਾਂ ਦੀ ਜੋਤ, ਅੱਖਾਂ ਦੀ ਜੋਤ ਵੀ ਬੜੀ ਤੇਜ਼ ਸੀ, ਉਦੋਂ ਤੂੰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਲਿਆ, ਤੇ ਹੁਣ ਪਛਤਾਉਣ ਦਾ ਕੀ ਫਾਇਦਾ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂੰ ਕੋ ਨਾਹੀਂ। ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂੰ ਕੋ ਨਾਹੀਂ। ਸਤਿਗੁਰੂ ਜੀ ਕਹਿੰਦੇ ਨੇ ਇਸ ਸ਼ਲੋਕ ਦੇ ਵਿੱਚ ਕਿ ਮੈਂ ਉਸ ਪਰਮਾਤਮਾ ਨੂੰ ਜਿਹੜਾ ਜਗਤ ਦੇ ਵਿੱਚ ਆਪਣੇ ਆਪ ਨੂੰ ਸਮਝਦਾ ਹੈ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂੰ ਕੋ ਨਾਹੀਂ, ਤੇ ਕੋਈ ਹੈ ਹੀ ਨਹੀਂ, ਕੋਈ ਅਸਲੀਅਤ ਨਹੀਂ, ਕੋਈ ਵਿਸਥਾਰ ਹੀ ਨਹੀਂ। ਪਰਮਾਤਮਾ ਦਾ ਨਾਮ ਜਿਹੜਾ ਜਪਦਾ ਹੈ ਉਹੋ ਹੀ ਜੀਵਨ ਬਣਾ ਕੇ ਜਾਂਦਾ ਹੈ। ਬਾਕੀ ਸਾਰੇ ਆਏ ਜਾਂਦੇ ਨੇ, ਜਾਈ ਜਾਂਦੇ ਨੇ, ਕਿਸੇ ਨੂੰ ਕੋਈ ਪੁੱਛਦਾ ਨਹੀਂ, ਨਾ ਕਿਸੇ ਦੀ ਯਾਦ, ਨਾ ਕਿਸੇ ਦਾ ਕੋਈ ਐਸਾ ਕਰਮ ਜਿਹੜਾ ਕੋਈ ਜਿਨ ਦੁਨੀਆ 'ਚ ਯਾਦ ਰੱਖੇ। ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਕੇਵਲ ਤੇ ਕੇਵਲ ਪਰਮਾਤਮਾ ਦੀ ਭਗਤੀ ਹੀ ਸਥਿਰ ਰਹਿਣ ਵਾਲੀ ਹੈ, ਤੇ ਸਦਾ ਜਿਹੜਾ ਪਰਮਾਤਮਾ ਦਾ ਭਗਤ ਹੈ ਉਹਨੂੰ ਸੰਸਾਰ ਯਾਦ ਰੱਖਦਾ ਹੈ। ਪਰਮਾਤਮਾ ਦਾ ਭਗਤ, ਪਰਮਾਤਮਾ ਦੀ ਭਗਤੀ ਕਰਨ ਵਾਲਾ, ਉਹ ਪਰਮਾਤਮਾ ਵਰਗਾ ਹੀ ਬਣ ਜਾਂਦਾ ਹੈ। ਸੋ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਜੀ ਸਮਝਾਉਣਾ ਕਰਦੇ ਹਨ ਕਿ ਤੂੰ ਵੀ ਆਪਣੇ ਮਨ ਦੇ ਵਿੱਚ ਐਸੀ ਭਗਤੀ, ਪਰਮਾਤਮਾ ਦੇ ਸਿਮਰਨ ਨੂੰ ਵਸਾ ਕੇ ਰੱਖ, ਪਰਮਾਤਮਾ ਦੇ ਮਨ ਸਿਮਰਨ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ। ਗੁਰੂ ਤੇਗ ਬਹਾਦਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਫਰਮਾਉਣਾ ਕਰਦੇ ਹਨ ਕਿ ਜਗ ਰਚਨਾ ਸਭ ਝੂਠ ਹੈ। ਹੇ ਭਾਈ, ਇਹ ਸੰਸਾਰ ਦੀ ਰਚਨਾ ਸਭ ਝੂਠ ਹੈ, ਆਵਾਜ਼ ਆਉਣ ਜਾਣ ਹੈ। ਜਾਣ ਲਿਹੋ ਵੀ ਤਾਂ ਹੇ ਮੇਰੇ ਮਿੱਤਰ, ਇਸ ਗੱਲ ਨੂੰ ਸਮਝ ਲੈ ਭਈ ਇਹ ਸੰਸਾਰ ਸਥਿਰ ਰਹਿਣ ਵਾਲਾ ਨਹੀਂ। ਇੱਥੋਂ ਦੇ ਜਿਹੜੇ ਜੀਵ ਨੇ, ਇੱਕ ਆਉਂਦੇ ਨੇ ਤੇ ਇੱਕ ਚਲੇ ਜਾਂਦੇ ਨੇ। ਐਸਾ ਸੰਸਾਰ ਦਾ ਸਾਰਾ ਸੰਸਾਰ ਸਤਿਗੁਰਾਂ ਨੇ, ਪਰਮਾਤਮਾ ਨੇ ਬਣਾਇਆ ਹੋਇਆ ਹੈ। ਕਹੋ ਨਾਨਕ ਥਿਰ ਨਾ ਰਹੇ, ਜਿਉਂ ਬਾਲੂ ਕੀ ਭੀਤ। ਜਿਸ ਤਰ੍ਹਾਂ ਕੋਈ ਰੇਤਾ ਦੀ ਕੰਧ ਬਣਾ ਲਵੇ ਤੇ ਉਹ ਟਿਕ ਨਹੀਂ ਸਕਦੀ, ਇਸੇ ਤਰ੍ਹਾਂ ਇਹ ਸੰਸਾਰ ਹੈ, ਇਹ ਸਥਿਰ ਨਹੀਂ ਰਹਿਣ ਵਾਲਾ। ਇਹ ਉਪਜਦਾ ਹੈ ਤੇ ਬਿਨਸਦਾ ਹੈ, ਫਿਰ ਬਿਨਸਦਾ ਹੈ, ਫਿਰ ਉਪਜਦਾ ਹੈ। ਇਸ ਤਰ੍ਹਾਂ ਇਹ ਪਰਮਾਤਮਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਰਾਮ ਗਇਓ ਰਾਵਨ ਗਇਓ, ਜਾਂ ਕੋ ਬਹੁ ਪਰਵਾਰ। ਕੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਸਤਿਗੁਰੂ ਜੀ ਕਹਿੰਦੇ ਕਿ ਇਤਿਹਾਸ ਫਰੋਲ ਕੇ ਵੇਖ ਲੈ, ਰਾਮ ਵੀ ਇਸ ਸੰਸਾਰ ਤੇ ਆਇਆ ਤੇ ਉਹ ਵੀ ਨਹੀਂ ਰਿਹਾ।
ਰਾਵਣ ਅਯੁੱਧਿਆ ਦਾ ਰਾਜਾ ਰਾਮਚੰਦਰ ਤੇ ਰਾਵਣ ਲੰਕਾ ਦਾ ਰਾਜਾ ਬੜੇ ਬੜੇ ਪ੍ਰਤਾਪੀ ਰਾਜੇ ਹੋਏ ਹਨ। ਹੋਰ ਵੀ ਅਨੇਕ ਐਸੇ ਸੰਸਾਰ ਦੇ ਵਿੱਚ ਆਏ ਜਿਹੜੇ ਆਪਣੇ ਆਪ ਦੇ ਵਿੱਚ ਬੜਾ ਮਾਣ ਗੁਮਾਨ ਕਰਦੇ ਸਨ, ਪਰ ਜਿਨ੍ਹਾਂ ਦੇ ਬਹੁ ਪਰਿਵਾਰ ਵੀ ਸਨ, ਪਰ ਉਹ ਵੀ ਇਸ ਸੰਸਾਰ ਨੂੰ ਅਖੀਰ ਤਿਆਗ ਕੇ ਚਲੇ ਗਏ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਉਹਨਾਂ ਨੂੰ ਵੀ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸੰਸਾਰ ਸਥਿਰ ਰਹਿਣ ਵਾਲੇ ਨਹੀਂ, ਕੋਈ ਵੀ ਚੀਜ਼ ਸਥਿਰ ਰਹਿਣ ਵਾਲੀ ਨਹੀਂ, ਸੁਪਨੇ ਦੀ ਨਿਆਈ ਇਹ ਸਾਰਾ ਸੰਸਾਰ ਹੈ। ਜੇਕਰ ਇਸ ਨੂੰ ਇਸ ਤਰ੍ਹਾਂ ਸਮਝਿਆ ਜਾਵੇ, ਪਰਮਾਤਮਾ ਦੀ ਭਗਤੀ, ਪਰਮਾਤਮਾ ਦੀ ਸੇਵਾ, ਪਰਮਾਤਮਾ ਦਾ ਸਿਮਰਨ ਕਰਨਾ, ਇਹੋ ਹੀ ਸਦਾ ਸਾਡੇ ਲਈ ਫਾਇਦੇਮੰਦ ਦਾ ਲਾਭਵੰਦਾ ਹੈ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਦੱਸਦੇ ਹਨ ਵੀ ਭਾਈ ਚਿੰਤਾ ਕਾਹਦੀ ਕਰਨੀ, ਫਿਕਰ ਕਾਹਦਾ ਕਰਨਾ, ਸਾਰੇ ਸੰਸਾਰ ਦੇ ਨਾਲ ਇਹ ਵਾਪਰ ਰਿਹਾ ਹੈ। ਸਾਰਾ ਸੰਸਾਰ ਤੇਰੀਆਂ ਅੱਖਾਂ ਸਾਹਮਣੇ, ਤੇਰੇ ਭੈਣ ਭਰਾ, ਸਾਖ ਸੰਬੰਧੀ, ਮਿੱਤਰ ਦੋਸਤ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਅਖੀਰ ਨਾ ਅਖੀਰ ਇੱਕ ਦਿਨ ਤੇਰੀ ਵੀ ਵਾਰੀ ਆਉਣੀ ਹੈ, ਤੂੰ ਵੀ ਸੰਸਾਰ ਨੂੰ ਤਿਆਗਣਾ ਹੈ, ਤੇ ਤੇਰੇ ਨਾਲ ਕੋਈ ਵੱਖਰੀ ਅਨਹੋਣੀ ਗੱਲ ਨਹੀਂ ਹੋਣ ਵਾਲੀ। ਇਹ ਮਾਰਗ ਸੰਸਾਰ ਕੋ, ਇਹ ਤੇ ਸੰਸਾਰ ਦਾ ਮਾਰਗ ਐਸਾ ਹੈ ਜਿਹਦੇ ਤੇ ਕੋਈ ਵੀ ਥਿਰ ਨਹੀਂ ਰਹਿ ਸਕਿਆ। ਜੋ ਬਿਨਸਿਓ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਜੋ ਉਪਜਿਓ ਸੋ ਬਿਨਸ ਹੈ। ਸਤਿਗੁਰੂ ਜੀ ਕਹਿੰਦੇ ਨੇ ਜੋ ਸੰਸਾਰ ਤੇ ਪੈਦਾ ਹੋਇਆ ਹੈ ਉਸ ਸਾਰੇ ਨੇ ਖਤਮ ਵੀ ਹੋ ਜਾਣਾ ਹੈ। ਪਰ ਉਹ ਅੱਜ ਕੇ ਕਾਲ, ਕਿਸੇ ਨੇ ਕੱਲ, ਕਿਸੇ ਨੇ ਅੱਜ, ਸਮੇਂ ਅਨੁਸਾਰ ਹਰ ਇੱਕ ਚੀਜ਼ ਨੇ ਬਿਨਸ ਜਾਣਾ ਹੈ। ਪਰ ਜੀਵਨ ਦੇ ਵਿੱਚ ਜੇ ਕਿਸੇ ਨੇ ਪਰਮਾਤਮਾ ਦੇ ਗੁਣ ਗਾ ਲਏ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਹੇ ਭਾਈ ਤੂੰ ਸਾਰੇ ਆਪਣੇ ਮਾਇਆ ਦੇ ਧੰਦੇ, ਫਿਕਰ, ਚਿੰਤਾ, ਵਿਪਤਾ ਸਾਰੀਆਂ ਚੀਜ਼ਾਂ ਨੂੰ ਛੱਡਾ ਕੇ ਤੂੰ ਕੇਵਲ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਉਪਰਾਲਾ ਕਰ, ਤਾਂ ਕਿ ਤੇਰਾ ਮਨੁੱਖ ਜਨਮਾ ਸਫਲਾ ਹੋ ਸਕੇ। ਦੋਹਰਾ ਬਲ ਛੁਟ ਕਿਉ ਬੰਧਨ ਪਰੈ, ਕਛੂ ਨ ਹੋਤੇ ਉਪਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਸਮਝਾਉਣਾ ਕਰਦੇ ਹਨ, ਬਲ ਛੁਟਕਿਓ ਬੰਧਨ ਪਰੈ, ਕਛੂ ਨਾ ਹੋਤ ਉਪਾਏ। ਕਈ ਵਾਰੀ ਐਸਾ ਹੋ ਜਾਂਦਾ ਹੈ ਕਿ ਜਿਹੜਾ ਬਲ ਆਪਣੇ ਆਪ ਨੂੰ ਬੰਦਾ ਜਦੋਂ ਹੀਣਾ ਸਮਝਣ ਲੱਗ ਪੈਂਦਾ ਹੈ, ਬਲ ਛੁੱਟ ਜਾਂਦਾ ਹੈ, ਬੰਧਨ ਪਰੈ, ਆਉਣ ਸਮੇਂ ਦੇ ਵਿੱਚ ਕੰਮਾਂ ਦੇ ਵਿੱਚ ਰੁਕਾਵਟਾਂ ਪੈਦਾ ਹੋ ਜਾਂਦੀਆਂ ਨੇ, ਤੇ ਉਹਦਾ ਕੋਈ ਉਪਾਅ ਵੀ ਕਾਰਗਰ ਜਿਹੜਾ ਹੈ ਸਾਬਤ ਨਹੀਂ ਹੁੰਦਾ। ਕਹੋ ਨਾਨਕ ਅਬ ਓਟ ਹਰ ਗਦ ਜਿਉ ਹੋ ਸਹਾਏ। ਫਿਰ ਉਸ ਹਾਥੀ ਦੀ ਤਰ੍ਹਾਂ ਜਿਹਨੂੰ ਮੋਹ ਮਾਇਆ ਦੇ ਜੰਗਲਾਂ ਦੇ ਵਿੱਚੋਂ ਪਰਮਾਤਮਾ ਨੇ ਕੱਢਿਆ ਸੀ ਅਰਦਾਸ ਕਰਨ ਦੇ ਨਾਲ, ਸਤਿਗੁਰੂ ਜੀ ਕਹਿੰਦੇ ਫਿਰ ਉਸ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਹੀ ਕੰਮ ਆਉਂਦੀਆਂ ਹਨ। ਉਹ ਪਰਮਾਤਮਾ ਦੇ ਅੱਗੇ ਬੇਨਤੀਆਂ ਕਰਕੇ ਇਹਨਾਂ ਜੰਜਾਲਾਂ ਤੋਂ, ਇਹਨਾਂ ਵਿਘਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਲ ਹੁਆ ਬੰਧਨ ਛੁਟੈ, ਸਭ ਕਿਛ ਹੋਤੇ ਉਪਾਏ, ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਏ। ਦੂਸਰੇ ਬੰਨੇ ਪਹਿਲਾਂ ਇੱਕ ਗੱਲ ਸਤਿਗੁਰੂ ਜੀ ਨੇ ਕੁਐਸਚਨ ਕੀਤਾ, ਦੂਸਰੇ ਬੰਨੇ ਪਹਿਲਾ ਸਵਾਲ ਹੈ ਤੇ ਦੂਸਰੇ ਬੰਨੇ ਜਵਾਬ ਹੈ ਵੀ ਬਲ ਹੋਆ ਬੰਧਨ ਛੁਟੈ। ਜੇ ਪਰਮਾਤਮਾ ਦਾ ਆਸਰਾ ਹੋਵੇ, ਪਰਮਾਤਮਾ ਦਾ ਨਾਲ ਸੰਬੰਧ ਜੁੜਿਆ ਹੋਇਆ ਹੋਵੇ, ਫਿਰ ਬਲ ਵੀ ਪ੍ਰਾਪਤ ਹੋ ਜਾਂਦਾ ਹੈ, ਫਿਰ ਬੰਧਨ ਵੀ ਸਾਰੇ ਟੁੱਟ ਜਾਂਦੇ ਨੇ, ਫਿਰ ਸਾਰੇ ਉਪਾਏ ਵੀ ਪ੍ਰਾਪਤ ਹੋ ਜਾਂਦੇ ਨੇ, ਢੰਗ ਤਰੀਕੇ ਵੀ ਆ ਜਾਂਦੇ ਨੇ। ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਪਰ ਅਰਦਾਸ ਬੇਨਤੀ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੰਦਾ ਜੁੜ ਕੇ ਕਰੇ ਕਿ ਹੇ ਪਰਮਾਤਮਾ ਤੁਸੀਂ ਹੀ ਸਹਾਇਤਾ ਕਰੋ ਤੇ ਮੇਰੇ ਸਾਰੇ ਕਾਰਜ ਸਿੱਧ ਹੋ ਸਕਦੇ ਹਨ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਇਹ ਆਖਰੀਆਂ ਅਵਸਥਾਵਾਂ ਦੀਆਂ ਗੱਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਰਹੇ ਹਨ ਕਿ ਜੀਵ ਦੇ ਜਦੋਂ ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਿਸੇ ਨੇ ਵੀ ਸਾਥ ਨਹੀਂ ਨਿਭਾਇਆ। ਸੰਗ ਸਖਾ ਸਭ ਤਜ ਗਏ, ਸਾਰੇ ਇਸ ਸੰਸਾਰ ਤੋਂ ਚਲੇ ਗਏ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਪਰ ਉਸ ਮਾਲਕ ਨੇ ਨਹੀਂ ਆਪਣਾ ਸਾਥ ਛੱਡਿਆ, ਜਿਸ ਪਰਮਾਤਮਾ ਨੂੰ ਇਹਨੇ ਸੱਚਾ ਮਿੱਤਰ ਬਣਾਇਆ ਸੀ, ਉਸ ਪਰਮਾਤਮਾ ਨੇ ਇਹਦਾ ਹਰ ਬਿਪਤਾ ਦੇ ਵਿੱਚ, ਹਰ ਮੁਸ਼ਕਲ ਦੇ ਵਿੱਚ ਸਹਾਇਤਾ ਕੀਤੀ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ,
ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਿ ਇਸ ਸੰਸਾਰ ਤੇ ਨਾਮ ਜਾਂ ਤੇ ਨਾਮ ਰਿਹਾ ਹੈ ਜਾਂ ਸਾਧੂਆਂ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਗੁਰੂ ਪੀਰਾਂ ਨੇ ਰਹਿਓ ਗੁਰੂ ਗੋਬਿੰਦ। ਗੁਰੂ ਹੀ ਇਸ ਪਰਮਾਤਮਾ ਦੇ ਧਰਤੀ ਦਾ ਮਾਲਕ ਪ੍ਰਤਪਾਲਕ, ਇਸ ਧਰਤੀ ਦੇ ਮਾਲਕ ਨੇ ਇਸ ਸੰਸਾਰ ਤੇ ਰਹਿਣਾ ਕੀਤਾ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ, ਜਗਤ ਦੇ ਵਿੱਚ ਉਹਨਾਂ ਦਾ ਨਾਮ ਹੀ ਸਥਿਰ ਰਿਹਾ ਹੈ। RAM ਨਾਮ ਔਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ। ਆਖਰੀ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਿ RAM ਨਾਮ ਔਰ ਮੈਂ ਗਹਿਓ, ਹੇ ਭਾਈ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਧਿਆ, ਉਸ ਪਰਮਾਤਮਾ ਨੂੰ ਵਸਾ ਕੇ ਰੱਖ। ਜਿਸ ਜਾਂ ਕੈ ਸਮ ਨਹੀਂ ਕੋਏ, ਜਿਸ ਦੇ ਬਰਾਬਰ ਹੋਰ ਦੂਸਰਾ ਕੋਈ ਨਹੀਂ। ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਸ ਦਾ ਸਿਮਰਨ ਕਰਨ ਦੇ ਨਾਲ ਤੇਰੇ ਜੀਵਨ ਦੇ ਸਾਰੇ ਸੰਕਟ ਦੂਰ ਹੋ ਜਾਂਦੇ ਹਨ, ਦਰਸ ਤੁਹਾਰੋ ਹੋਏ, ਤੇ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ। ਸੋ ਐਸਾ ਉਹ ਉਪਦੇਸ਼ ਹੈ, ਐਸੀ ਜੋ ਸਿੱਖਿਆ ਹੈ, ਇਹਨਾਂ 57 ਸ਼ਲੋਕਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੀ ਝੋਲੀ ਪਾਈ ਹੈ, ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਬੜੇ ਸਰਲ ਅਰਥਾਂ ਦੇ ਨਾਲ ਦਾਸ ਨੇ ਇਹ ਉਪਰਾਲਾ ਕੀਤਾ ਹੈ, ਪਰ ਫਿਰ ਵੀ ਗੁਰਬਾਣੀ ਅਥਾਹ ਸਮੁੰਦਰ ਹੈ। ਗੁਰਬਾਣੀ ਦੇ ਅਰਥਾਂ ਦੇ ਨਾਲ ਇਹ ਨਾ ਚੀਜ਼ ਕਿੰਨੀ ਕੁ ਡੂੰਘੀ ਸਾਂਝ ਪਾ ਸਕਦਾ ਹੈ। ਮੈਂ ਉਪਰਾਲਾ ਕੀਤਾ ਹੈ ਕਿ ਮੈਨੂੰ ਵੀ ਸਮਝ ਆਵੇ। ਦੂਸਰੀ ਵਾਰ ਸ਼ਲੋਕਾਂ ਦੇ ਅਰਥ ਦਾਸ ਨੇ ਕੀਤੇ ਹਨ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਇਹਨਾਂ ਜਿਹੜੇ ਸ਼ਲੋਕ ਨੇ, ਇਹਨਾਂ ਦਾ ਜੋ ਉਪਦੇਸ਼ ਹੈ, ਜੋ ਸਿੱਖਿਆ ਹੈ, ਉਹ ਸਾਡੇ ਜੀਵਨ ਦੇ ਵਿੱਚ ਆ ਜਾਵੇ, ਤਾਂ ਹੀ ਸਾਡਾ ਇਹ ਪੜ੍ਹਿਆ ਸੁਣਿਆ ਥਾਂ ਪਵੇਗਾ। ਸੋ ਭੁੱਲਾਂ ਚੁੱਕਾਂ ਦੀ ਮੁਆਫੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।